ਸਾਹਿਬ ਜੀ। ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖਹੁ ਰਾਖਣਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਡੰਡੌਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖਹੁ ਪ੍ਰਭੂ, ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਸ਼ਲੋਕ। ਸਤਿ-ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਤਿਸ ਕੈ ਸੰਗ ਸਿਖ ਉਧਰੈ, ਨਾਨਕ ਹਰਿ ਗੁਣ ਗਾਓ। ਸਤਿ-ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਸਿੰਘਾਸਨਾਂ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਜੁੜ ਮਿਲ ਬੈਠੇ ਗੁਰੂ ਰੂਪ ਸਤਿਗੁਰਾਂ ਦਾ ਖਾਸ ਰੂਪ ਸਾਧ ਸੰਗਤ ਜੀਓ, ਵਡਭਾਗੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਰਹਿਮਤ ਕੀਤੀ, ਸੁਭਾਗ ਭਰਾ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕਰਕੇ ਗੁਰਬਾਣੀ ਗਾਵੋ ਭਾਈ, ਉਹ ਸਫਲ ਸਦਾ ਸੁਖਦਾਈ। ਪਵਿੱਤਰ ਗੁਰਬਾਣੀ ਨੂੰ ਪੜ੍ਹਨ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸੁੰਦਰ ਦੀਵਾਨ ਪਾਤਸ਼ਾਹ ਦੇ ਸੱਜੇ ਹੋਏ ਹਨ। ਸੋਦਾ ਰਹਿਰਾਜ ਸਾਹਿਬ ਜੀ ਕੇ ਪਾਠ ਉਪਰੰਤ ਆਰਤੀ ਆਰਤਾ ਸ਼ਬਦ ਕੀਰਤਨ ਦੇ ਵਿੱਚ ਆਪ ਜੀ ਹਾਜ਼ਰੀ ਭਰ ਰਹੇ ਸੀ। ਆਓ ਚੱਲ ਰਹੀ ਲੜੀਵਾਰ ਕਥਾ ਵਿਚਾਰ ਜਥੇਦਾਰ ਬਾਬਾ ਅਕਾਲੀ ਫੂਲਾ ਸਿੰਘ ਜੀ ਦੀ 200 ਸਾਲਾ ਸ਼ਹੀਦੀ ਨੂੰ ਸਮਰਪਿਤ ਚੱਲ ਰਹੀ ਹੈ। 17 ਅਸ਼ਟਪਦੀਆਂ ਦੀ ਵਿਚਾਰ ਹੁਣ ਤੱਕ ਆਪਾਂ ਕਰ ਰਹੇ ਹਾਂ। 18ਵੀਂ ਅਸ਼ਟਪਦੀ ਦੀ ਵਿਚਾਰ ਆਰੰਭ ਹੈ। ਜਿਸ ਤਰ੍ਹਾਂ ਪਿੱਛੇ ਵੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਇੱਕ ਅਸ਼ਟਪਦੀ ਇੱਕੋ ਵਿਸ਼ੇ ਦੇ ਉੱਪਰ ਉਚਾਰਨ ਕੀਤੀ ਹੈ। ਜਿਵੇਂ ਪਹਿਲੀ ਅਸ਼ਟਪਦੀ ਦੇ ਵਿੱਚ ਸਿਮਰਨ ਦੀ ਗੱਲ ਕੀਤੀ ਗਈ ਹੈ, ਦੂਜੇ ਵਿੱਚ ਨਾਮ ਦੀ ਗੱਲ ਕੀਤੀ ਹੈ, ਤੀਜੇ ਵਿੱਚ ਫਿਰ ਨਾਮ ਦੀਆਂ ਜਿਹੜੀਆਂ ਬਰਕਤਾਂ ਨੇ। ਇਸੇ ਤਰ੍ਹਾਂ ਚੌਥੀ ਅਸ਼ਟਪਦੀ ਦੇ ਵਿੱਚ ਵਾਹਿਗੁਰੂ ਵੱਲੋਂ ਜੋ ਆਪਾਂ ਨੂੰ ਦਾਤਾਂ ਪ੍ਰਾਪਤ ਹੋਈਆਂ ਹੈ, ਇਹ ਜੀਵ ਕਿਸ ਤਰ੍ਹਾਂ। ਪੰਜਵੀਂ ਅਸ਼ਟਪਦੀ ਵਿੱਚ ਵੀ ਇਹੋ ਹੀ ਜ਼ਿਕਰ ਹੈ। ਸੱਤਵੀਂ ਅਸ਼ਟਪਦੀ ਵਿੱਚ ਸਾਧ ਬਾਰੇ ਬਚਨ ਕੀਤੇ ਨੇ। 8ਵੀਂ ਵਿੱਚ ਬ੍ਰਹਮ ਗਿਆਨੀ। ਇਸੇ ਤਰ੍ਹਾਂ 10ਵੀਂ ਅਸ਼ਟਪਦੀ ਵਿੱਚ ਪਰਮਾਤਮਾ ਦੀ ਬੇਅੰਤ ਉਸ ਦੇ ਕੌਤਕਾਂ ਦੀ ਗੱਲ ਕੀਤੀ ਹੈ। 12ਵੀਂ ਅਸ਼ਟਪਦੀ ਵਿੱਚ ਜਿਸ ਤਰ੍ਹਾਂ
ਹੰਕਾਰੀ ਮਨੁੱਖ ਬਾਰੇ 13ਵੀਂ ਦੇ ਵਿੱਚ ਸੰਤ ਸ਼ਬਦ 'ਤੇ ਪਾਤਸ਼ਾਹ ਨੇ ਜਿਹੜਾ ਸੰਤਾਂ ਦੀ ਨਿੰਦਿਆ ਕਰਦਾ ਉਹਨੂੰ ਕੀ ਦੋਸ਼ ਮਿਲਦਾ ਹੈ। ਇਸ ਤਰ੍ਹਾਂ ਕੱਲੀ ਕੱਲੀ ਅਸ਼ਟਪਦੀ ਇੱਕ ਵਿਸ਼ੇ ਦੇ ਉੱਪਰ ਸੱਚੇ ਪਾਤਸ਼ਾਹ ਨੇ ਉਚਾਰਨ ਕੀਤੀ। ਕੱਲ੍ਹ ਆਪਾਂ ਵਿਚਾਰ ਕਰ ਰਹੇ ਸਾਂ ਕਿ ਕਿਸ ਤਰ੍ਹਾਂ ਵਾਹਿਗੁਰੂ ਆਪਣੇ ਭਗਤਾਂ ਦੀ ਲਾਜ ਰੱਖਦਾ ਹੈ, ਭਗਤਾਂ ਦੇ ਪਰਦੇ ਕੱਜਦਾ ਹੈ, ਭਗਤਾਂ ਲਈ ਕਿਵੇਂ ਉਹ ਸਹਾਰਾ ਬਣਦਾ ਹੈ। ਇਸੇ ਤਰ੍ਹਾਂ ਅੱਜ ਦੀ ਅਸ਼ਟਪਦੀ ਜਿਹੜੀ ਹੈ, ਗੁਰ ਪਰਮੇਸ਼ਰ ਏਕੋ ਜਾਣ, ਇੱਕ ਗੁਰੂ ਹੈ, ਇੱਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ ਅਤੇ ਤੀਜਾ ਹੈ ਸਿੱਖ। ਤਿੰਨਾਂ ਦਾ ਆਪਸੀ ਸੰਬੰਧ ਕਿਸ ਤਰ੍ਹਾਂ ਹੈ। ਗੁਰ ਪਰਮੇਸ਼ਰ ਨੇ ਕਿਰਪਾ ਕੀਤੀ, ਪਰਮੇਸ਼ਰ ਨੇ ਕਿਰਪਾ ਕੀਤੀ ਗੁਰੂ 'ਤੇ ਗੁਰੂ ਤੋਂ ਫਿਰ ਗੁਰਸਿੱਖ ਨੂੰ ਬਖਸ਼ਿਸ਼ਾਂ ਮਿਲਦੀਆਂ ਹਨ। ਇਹੋ ਹੀ ਵਾਰਤਾ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਇਸ ਅਸ਼ਟਪਦੀ ਦੇ ਵਿੱਚ ਬਿਆਨ ਕਰ ਰਹੇ ਹਨ। ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਗੁਰੂ ਦਰਬਾਰ ਵਿੱਚ ਹਾਜ਼ਰੀ ਲਵਾਈਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਇਹੋ ਹੀ ਅਰਜ਼ੋਈ ਕਰੀਏ ਕਿ ਸਤਿਗੁਰੂ ਜੀਓ ਕਿਰਪਾ ਕਰੋ। ਸਰੀਰ ਕਰਕੇ ਤੁਹਾਡੇ ਚਰਨਾਂ ਵਿੱਚ ਹਾਜ਼ਰ ਹਾਂ, ਮਨ ਕਰਕੇ ਵੀ ਹਾਜ਼ਰ ਹੋ ਸਕੀਏ, ਕਿਉਂਕਿ ਪਾਤਸ਼ਾਹ ਜੀ ਕਹਿੰਦੇ ਨੇ ਖਰ ਕਾ ਪੈਖਰ ਤੋ ਛੂਟੈ ਜੋ ਉੱਪਰ ਲਾਦਾ। ਇਹ ਮਨ ਬੜਾ ਚੰਚਲ ਹੈ ਜੀ, ਇਹ ਭੱਜ ਜਾਂਦਾ ਹੈ, ਇਹ ਸੰਗਤ ਵਿੱਚ ਵੀ ਟੇਕੇ ਨਹੀਂ ਬਹਿ ਸਕਦਾ। ਗੁਰ ਸ਼ਬਦ ਦੀ ਇਹੋ ਮਨ ਹੋੜੀ ਹੈ, ਗੁਰੂ ਦੇ ਸ਼ਬਦ ਨਾਲ ਹੀ ਇਸ ਮਨ ਨੂੰ ਟਿਕਾਇਆ ਜਾ ਸਕਦਾ ਹੈ। ਗੁਰੂ ਪਾਸੇ ਅਰਦਾਸ ਕਰੀਏ, ਸਤਿਗੁਰੂ ਜੀ ਕਿਰਪਾ ਕਰਿਓ। ਅਸੀਸ ਲਈਏ ਗੁਰੂ ਪਾਤਸ਼ਾਹ ਤੋਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਸਤਿ-ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਇੱਕ ਸਤਿਗੁਰੂ ਹੈ ਤੇ ਇੱਕ ਸਤਿਪੁਰਖ ਹੈ। ਸਤਿਪੁਰਖ ਸ਼ਬਦ ਇੱਥੇ ਅਕਾਲ ਪੁਰਖ ਵਾਹਿਗੁਰੂ ਲਈ ਆਇਆ ਹੈ ਕਿ ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲਿਆ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਦੂਸਰੇ ਸਰੂਪ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ। ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਇਸੇ ਤਰ੍ਹਾਂ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਜਿਨ੍ਹਾਂ 'ਤੇ ਕਿਰਪਾ ਹੋਈ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਇਉਂ ਸਤਿਪੁਰਖ ਅਕਾਲ ਪੁਰਖ ਵਾਹਿਗੁਰੂ ਹੈ। ਸਤਿਪੁਰਖ ਜਿਨ ਜਾਣਿਆ, ਜਿਨ੍ਹਾਂ ਨੇ ਜਾਣਿਆ। ਇਹ ਚਾਰ ਸਰੂਪ, ਕਿਉਂਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪ ਬਾਣੀ ਉਚਾਰਨ ਕਰ ਰਹੇ ਹਨ, ਇਸ ਕਰਕੇ ਆਪਣੇ ਤੋਂ ਪਹਿਲਾਂ ਗੁਰੂਆਂ ਨੂੰ ਵਡਿਆਈ ਦੇ ਰਹੇ ਨੇ ਕਿ ਉਹ ਸਤਿਪੁਰਖ ਨੂੰ ਯਾਦ ਕਰਨ ਵਾਲੇ, ਸਤਿਪੁਰਖ ਨੂੰ ਧਿਆਉਣ ਵਾਲੇ ਉਹ ਸਤਿਗੁਰੂ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਸਤਿਗੁਰੂ ਨੇ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਉਹਨਾਂ ਦਾ ਨਾਮ ਸਤਿਗੁਰੂ ਹੈ। ਤਿਸ ਕੈ ਸੰਗ ਸਿਖ ਉਧਰੈ, ਨਾਨਕ ਹਰਿ ਗੁਣ ਗਾਓ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤਿਸ ਕੈ ਸੰਗ ਸਿਖ ਉਧਰੈ। ਇਹਨਾਂ ਪਾਵਨ ਗੁਰੂ ਸਾਹਿਬਾਨ ਦੀ ਸੰਗਤ ਦੇ ਵਿੱਚ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਤੋਂ ਬਖਸ਼ਿਸ਼ਾਂ ਲਈਆਂ, ਜਦੋਂ ਸਿੱਖ ਸੰਗਤ ਮਾਣਦਾ ਹੈ ਤੇ ਫਿਰ ਪਾਰ ਉਤਾਰਾ ਹੋ ਜਾਂਦਾ ਹੈ। ਇਸ ਕਰਕੇ ਜਿੱਥੇ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਣੇ ਹਨ, ਉੱਥੇ ਪੂਰੇ ਸਤਿਗੁਰਾਂ ਦੇ ਗੁਣ ਵੀ ਗਾਓ। ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਿਪਾਲ। ਸਤਿਗੁਰੂ ਆਪਣੇ ਗੁਰਸਿੱਖਾਂ ਦੀ ਪ੍ਰਤਿਪਾਲਨਾ ਕਰਦਾ ਹੈ, ਰੱਖਿਆ ਕਰਦਾ ਹੈ। ਖਿਨ ਖਿਨ ਪਲ ਪਲ ਕਿੰਨੇ ਬਚਨ ਗੁਰਬਾਣੀ ਦੇ ਵਿੱਚ ਹਨ। ਪ੍ਰਤਪਾਲ ਮਾਤਾ ਉਦਰ ਰਾਖੈ, ਲਗਨ ਦੇਤ ਨਾ ਸੇਕ, ਸੋਈ ਸੁਆਮੀ ਇਹਾਂ ਰਾਖੈ, ਬੁੱਝ ਬੁੱਧ ਵਿਵੇਕ। ਉਹ ਅਕਾਲ ਪੁਰਖ ਵਾਹਿਗੁਰੂ ਹਰ ਇੱਕ ਥਾਂ 'ਤੇ ਇਸ ਜੀਵ ਦੀ ਰੱਖਿਆ ਕਰਦਾ ਹੈ। ਪਾਤਸ਼ਾਹ ਜੀ ਕਹਿੰਦੇ ਨੇ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ। ਅਕਾਲ ਪੁਰਖ ਵਾਹਿਗੁਰੂ ਸਤਿਪੁਰਖ
ਤੇ ਫਿਰ ਉਹਨਾਂ ਤੋਂ ਬਖਸ਼ਿਸ਼ ਪ੍ਰਾਪਤ ਸਤਿਗੁਰੂ ਆਪਣੇ ਗੁਰਸਿੱਖਾਂ ਦੀ ਪ੍ਰਤਪਾਲਨਾ ਕਰਦੇ ਹਨ। ਸੇਵਕ ਕੋ ਗੁਰ ਸਦਾ ਦਇਆਲ। ਆਪਣੇ ਸੇਵਕਾਂ ਦੇ ਉੱਪਰ ਉਹ ਗੁਰੂ ਹਮੇਸ਼ਾ ਹੀ ਦਿਆਲੂ ਕਿਰਪਾਲੂ ਹੁੰਦੇ ਹਨ। ਸਿੱਖ ਕੀ ਗੁਰ ਦੁਰਮਤ ਮਲ ਹਿਰੈ। ਸਿੱਖ ਕੀ ਗੁਰ ਦੁਰਮਤ ਮਲ ਹਿਰੈ। ਜਦੋਂ ਗੁਰੂ ਕਿਰਪਾ ਦੇ ਘਰ ਵਿੱਚ ਆਉਂਦੇ ਹਨ ਤਾਂ ਆਪਣੇ ਸਿੱਖ ਦੇ ਮਨ ਵਿੱਚ ਜੋ ਭੈੜੇ ਖਿਆਲਾਤ ਆ ਜਾਂਦੇ ਹਨ ਉਹਨੂੰ ਪਾਤਸ਼ਾਹ ਜੀ ਕਿਰਪਾ ਕਰਕੇ ਦੂਰ ਕਰ ਦਿੰਦੇ ਹਨ। ਭਾਵੇਂ ਕਿਸੇ ਵੀ ਤਰ੍ਹਾਂ ਦਾ ਬਹਾਨਾ ਬਣੇ, ਹਾਂ ਗੁਰੂ ਦਾ ਸਿੱਖ ਪੂਰਾ ਹੋਵੇ, ਸਤਿਗੁਰੂ ਜੀ 'ਤੇ ਨਿਸ਼ਚਾ ਹੋਵੇ, ਭਰੋਸਾ ਹੋਵੇ, ਗੁਰੂ ਚਰਨਾਂ ਵਿੱਚ ਅਰਦਾਸ ਹੋਵੇ ਤੇ ਸਤਿਗੁਰੂ ਜੀ ਜ਼ਰੂਰ ਕਿਰਪਾ ਕਰਦੇ ਨੇ। ਕਦੇ ਆਪਣੇ ਗੁਰਸਿੱਖ ਨੂੰ ਡੋਲਣ ਨਹੀਂ ਦਿੰਦੇ। ਨਰਕਾਂ ਦੇ ਵਿੱਚੋਂ ਵੀ ਕੱਢ ਲਿਆਉਂਦੇ ਨੇ। ਨਰਕ ਕੀ ਹੈ? ਵਿਸ਼ੇ ਵਿਕਾਰਾਂ ਦੀਆਂ ਜਿਹੜੀਆਂ ਵਾਸ਼ਨਾਵਾਂ ਨੇ, ਸੰਸਾਰ ਗਲਿਆ ਪਿਆ ਹੈ। ਜੇ ਕਿਤੇ ਮਨ ਡੋਲ ਜਾਵੇ ਤੇ ਸਤਿਗੁਰੂ ਜੀ ਐਸਾ ਬਹਾਨਾ ਬਣਾਉਂਦੇ ਨੇ ਕਿ ਆਪਣੇ ਗੁਰਸਿੱਖ ਨੂੰ ਇਹਨਾਂ ਨਰਕਾਂ ਦੇ ਵਿੱਚੋਂ ਕੱਢ ਲਿਆਉਂਦੇ ਨੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਭਾਈ ਜੋਗਾ ਬੜੇ ਪਿਆਰ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਸੇਵਾ ਨਿਭਾਉਂਦੇ ਨੇ। ਇੱਕ ਦਿਨ ਪਰਿਵਾਰ ਇਕੱਠਾ ਹੋ ਕੇ ਆਇਆ, ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀਓ, ਅਸੀਂ ਜੋਗਾ ਸਿੰਘ ਦਾ ਵਿਆਹ ਕਰਨਾ ਹੈ, ਸਾਨੂੰ ਛੁੱਟੀ ਚਾਹੀਦੀ ਹੈ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਠੀਕ ਹੈ, ਤੇ ਨਾਲ ਹੀ ਇਹ ਬਚਨ ਕਹਿ ਦਿੱਤੇ ਜੋਗਾ ਸਿੰਘ ਨੂੰ ਕਿ ਜਦੋਂ ਅਸੀਂ ਬੁਲਾਈਏ ਉਦੋਂ ਹੀ ਆ ਜਾਣਾ ਹੈ, ਦੇਰੀ ਨਹੀਂ ਕਰਨੀ। 7 ਬਚਨ ਕਹਿ ਕੇ ਭਾਈ ਜੋਗਾ ਸਿੰਘ ਚੱਲ ਪਿਆ। ਮਨ ਵਿੱਚ ਖਿਆਲ ਆਉਂਦਾ ਹੈ, ਹਉਮੈ ਪਣਪ ਗਈ ਕਿ ਸਤਿਗੁਰੂ ਜੀ ਕਿੰਨਾ ਮੈਨੂੰ ਪਿਆਰ ਕਰਦੇ ਨੇ। ਮੈਂ ਸਤਿਗੁਰਾਂ ਦਾ ਬਹੁਤ ਨੇੜੇ ਦਾ ਸਿੱਖ ਹਾਂ। ਜੋ ਪਾਤਸ਼ਾਹ ਨੇ ਮੈਨੂੰ ਬਚਨ ਇਹ ਕਹੇ ਕਿ ਜਦੋਂ ਅਸੀਂ ਬੁਲਾਵਾਂਗੇ ਉਦੋਂ ਹੀ ਹਾਜ਼ਰ ਹੋ ਜਾਣਾ ਹੈ। ਇਉਂ ਆਪਣੇ ਘਰ ਚਲਿਆ ਗਿਆ ਤੇ ਸਤਿਗੁਰੂ ਅੰਤਰਜਾਮੀ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਭਾਈ ਜੋਗੇ ਦੇ ਮਨ ਦਾ ਫੁਰਨਾ ਪਾਤਸ਼ਾਹ ਨੇ ਉਸੇ ਵੇਲੇ ਸਮਝ ਲਿਆ। ਇੱਕ ਸਿੱਖ ਦੀ ਡਿਊਟੀ ਲਾ ਦਿੱਤੀ ਕਿ ਜਦੋਂ ਜੋਗੇ ਦਾ ਵਿਆਹ ਹੋਵੇਗਾ, 2 ਲਾਵਾਂ ਪੜ੍ਹੀਆਂ ਜਾਣ, ਉਦੋਂ ਸਾਡਾ ਹੁਕਮਨਾਮਾ ਭਾਈ ਜੋਗੇ ਨੂੰ ਫੜਾਉਣਾ ਹੈ। ਉਸੇ ਤਰ੍ਹਾਂ ਹੋਇਆ। 2 ਲਾਵਾਂ ਪੜ੍ਹੀਆਂ ਗਈਆਂ, 2 ਲਾਵਾਂ ਹਾਲੇ ਬਾਕੀ ਸੀ। ਉਸ ਗੁਰਸਿੱਖ ਨੇ ਭਾਈ ਜੋਗੇ ਨੂੰ ਜਾ ਕਰਕੇ 10ਵੇਂ ਪਾਤਸ਼ਾਹ ਹਜ਼ੂਰ ਦਾ ਹੁਕਮਨਾਮਾ ਫੜਾਇਆ। ਹੁਕਮਨਾਮਾ ਪੜ੍ਹਿਆ। ਹੁਕਮਨਾਮੇ ਦੇ ਬਚਨ ਸੀ, ਹੁਣੇ ਹੀ ਸਾਡੇ ਕੋਲ ਆ, ਕੋਈ ਹੋਰ ਕੰਮ ਨਹੀਂ ਕਰਨਾ, ਕੋਈ ਦੇਰੀ ਨਹੀਂ ਕਰਨੀ। ਪਾਤਸ਼ਾਹ ਦਾ ਹੁਕਮਨਾਮਾ ਪੜ੍ਹਦਿਆਂ ਸਾਰ ਭਾਈ ਜੋਗਾ ਉਸੇ ਵੇਲੇ ਅਨੰਦਪੁਰ ਸਾਹਿਬ ਨੂੰ ਚੱਲ ਪਿਆ। ਤੇ ਜਾਂਦਿਆਂ ਜਾਂਦਿਆਂ ਮਨ ਵਿੱਚ ਬੜੇ ਖਿਆਲਾਤ ਆਉਂਦੇ ਨੇ। ਬੜਾ ਸੁੰਦਰ ਬਚਨ ਹੈ ਗੁਰਬਾਣੀ ਵਿੱਚ। ਕਹਿਣ ਲੱਗੇ ਕਿ ਜਿਹੜੀ ਚੀਜ਼ ਤੁਹਾਨੂੰ ਵਿਕਾਰਾਂ ਤੋਂ ਬਚਾ ਸਕਦੀ ਹੈ, ਹਉਮੈ ਤੋਂ ਬਚਾ ਸਕਦੀ, ਹੰਕਾਰ ਤੋਂ ਬਚਾ ਸਕਦੀ, ਜੇ ਤੁਹਾਨੂੰ ਉਸੇ ਦਾ ਹੰਕਾਰ ਹੋ ਜਾਵੇ ਫਿਰ ਬਚਣਾ ਬੜਾ ਮੁਸ਼ਕਲ ਹੈ। ਜਿਸ ਤਰ੍ਹਾਂ ਤਤੀ ਤੋਏ ਨਾ ਪੱਲਵੈ। ਭਗਤ ਸਾਹਿਬਾਨ ਗੁਰਬਾਣੀ ਵਿੱਚ ਲਿਖਦੇ ਨੇ, ਕਹਿਣ ਲੱਗੇ ਜੇ ਖੇਤੀ ਪਾਣੀ ਤੋਂ ਬਗੈਰ ਭਾਵ ਸੋਕੇ ਕਰਕੇ ਸੁੱਕੀ ਹੈ ਤੇ ਉਹ ਪਾਣੀ ਲੱਗਿਆਂ ਹਰੀ ਹੋ ਸਕਦੀ ਹੈ, ਪਰ ਜਿਹੜੀ ਖੇਤੀ ਪਾਣੀ ਵਿੱਚ ਡੁੱਬ ਕੇ ਸੁੱਕੀ ਹੈ ਉਹ ਪਾਣੀ ਨਾਲ ਹਰੀ ਨਹੀਂ ਹੋ ਸਕਦੀ। ਇਸ ਤਰ੍ਹਾਂ ਭਾਈ ਜੋਗੇ ਨੂੰ ਹੁਣ ਇਸ ਗੱਲ ਦਾ ਹੰਕਾਰ ਹੋ ਗਿਆ, ਪਹਿਲਾਂ ਤੇ ਕਿ ਮੈਂ ਬੜਾ ਕਰੀਬੀ ਸਿੱਖ ਹਾਂ, ਹੁਣ ਇਸ ਗੱਲ ਦੀ ਹਉਮੈ ਹੋ ਗਈ। ਧਰਮ ਦੀ ਹਉਮੈ ਬੜੀ ਮਾੜੀ ਹੈ। ਹੁਣ ਇਸ ਗੱਲ ਦੀ ਹਉਮੈ ਹੋਈ ਕਿ ਦੇਖੋ ਮੈਂ ਕਿੱਡਾ ਤਿਆਗੀ ਹਾਂ, ਸਤਿਗੁਰੂ ਨੇ ਮੈਨੂੰ ਹੁਕਮਨਾਮਾ ਭੇਜਿਆ, ਮੈਂ ਆਪਣਾ ਵਿਆਹ ਵਿੱਚ ਛੱਡ ਕੇ ਚੱਲ ਪਿਆ। ਇੱਥੇ ਹੀ ਪਾਤਸ਼ਾਹ ਨੇ ਫਿਰ ਕਲਾ ਵਰਤਾਈ, ਖੇਡ ਵਰਤਾਈ ਕਿ ਭਾਈ ਜੋਗੇ ਦਾ ਮਨ ਡੋਲ ਗਿਆ। ਤੁਰਿਆ ਜਾ ਰਿਹਾ ਸੀ, ਰਾਤ ਦਾ ਸਮਾਂ। ਇੱਕ ਵੈਸ਼ਵਾ ਦੇ ਵਿਹੜੇ ਦੇ ਕੋਲ ਦੀ ਲੰਘਣ ਲੱਗਿਆ, ਘਰ ਦੇ ਕੋਲ ਦੀ ਲੰਘਣ ਲੱਗਿਆ। ਮਨ ਬੇਈਮਾਨ ਹੋ ਗਿਆ, ਮਨ ਦੇ ਵਿੱਚ ਵਿਕਾਰ ਪੈਦਾ ਹੋ ਗਏ। ਇੱਧਰ ਅੰਤਰਜਾਮੀ ਸੱਚੇ ਪਾਤਸ਼ਾਹ ਮਹਾਰਾਜ ਜੀ
ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਿਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਜੋਗੇ ਦੀ ਪਰਖ ਲਈ। ਪਰਖ ਵਿੱਚ ਤੇ ਪੂਰਾ ਹੋਇਆ, ਪਰ ਅੱਗੇ ਆ ਕੇ ਮਨ ਡੋਲ ਗਿਆ, ਕਿਉਂਕਿ ਅੰਦਰ ਹਉਮੈ ਆਈ। ਹਉਮੈ ਨਾਵੈ ਨਾਲ ਵਿਰੋਧ ਹੈ, ਵਿਰੋਧ ਹੈ, ਅਤੇ ਇਸੇ ਕਰਕੇ ਹੀ ਭਾਈ ਜੋਗਾ ਡੋਲ ਗਿਆ। ਅਤੇ ਹੁਣ ਕੀ ਹੋਇਆ? ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਰੂਪ ਬਦਲਿਆ, ਇੱਕ ਪਹਿਰੇਦਾਰ ਦਾ ਰੂਪ ਧਾਰਿਆ ਅਤੇ ਉਸ ਵੇਸ਼ਵਾ ਦੇ ਦਰਵਾਜ਼ੇ 'ਤੇ ਖੜ੍ਹ ਗਏ ਅਤੇ ਭਾਈ ਜੋਗੇ ਨੂੰ ਵਾਪਸ ਮੋੜ ਦਿੱਤਾ ਕਿ ਤੂੰ ਅੰਦਰ ਨਹੀਂ ਜਾ ਸਕਦਾ। ਵਾਪਸ ਗਿਆ, ਪਰ ਇੰਨਾ ਕੁ ਜ਼ਿਆਦਾ ਮਨ ਨੇ ਵਿਕਾਰੀ ਬਿਰਤੀ ਧਾਰਨ ਕੀਤੀ ਹੋਈ ਸੀ। ਦੁਬਾਰਾ ਫਿਰ ਮੁੜ ਕੇ ਆਇਆ ਅਤੇ ਹੁਣ ਪਹਿਰੇਦਾਰ ਨੇ ਫਿਰ ਲਾਹਣਤਾਂ ਪਾਈਆਂ, ਉਹ ਗੁਰਸਿੱਖਾ ਤੈਨੂੰ ਸ਼ਰਮ ਨਹੀਂ ਆਉਂਦੀ? ਅੰਮ੍ਰਿਤ ਵੇਲਾ ਹੋਇਆ ਪਿਆ, ਬਾਣੀ ਪੜ੍ਹਨ ਦਾ ਸਮਾਂ ਹੈ, ਤੂੰ ਗੁਰੂ ਦਾ ਸਿੱਖ ਹੈ, ਤੂੰ ਕਿੱਧਰ ਨਰਕਾਂ ਦੇ ਵਿੱਚ ਵੜੀ ਜਾਂਦਾ ਹੈ। ਇੰਨੇ ਬਚਨ ਸੁਣਦਿਆਂ ਹੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਗੁਰਸਿੱਖੀ ਯਾਦ ਆਈ। ਆਪਣੇ ਆਪ ਨੂੰ ਲਾਹਣਤਾਂ ਪਾਈਆਂ, ਜੋਗਿਆ ਕੀ ਕਰ ਰਿਹਾ? ਉਸੇ ਵੇਲੇ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਅਤੇ ਅਗਲਾ ਪੈਂਡਾ ਆਰੰਭ ਕਰ ਦਿੱਤਾ। ਇਉਂ ਗੁਰੂ ਦੇ ਸਿੱਖ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਮਰਪਿਤ ਹੁੰਦੇ ਹਨ ਅਤੇ ਸਤਿਗੁਰੂ ਫਿਰ ਆਪਣੇ ਗੁਰਸਿੱਖਾਂ ਦੇ ਮਨ ਦੇ ਵਿੱਚੋਂ ਜੇ ਕਿਤੇ ਖੋਟੀ ਮੱਤ, ਭੈੜੀ ਮੈਲ, ਵਿਕਾਰੀ ਬਿਰਤੀ ਆ ਵੀ ਜਾਵੇ ਅਤੇ ਸਤਿਗੁਰੂ ਜੀ ਹੱਥ ਦੇ ਕੇ ਆਪਣੇ ਗੁਰਸਿੱਖਾਂ ਨੂੰ ਰੱਖ ਲੈਂਦੇ ਹਨ। ਗੁਰ ਬਚਨੀ ਹਰ ਨਾਮ ਉਚਰੈ। ਪਰ ਇੱਕ ਕੰਡੀਸ਼ਨ ਇਹ ਲਾ ਦਿੱਤੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਬਚਨਾਂ ਨੂੰ ਮੰਨਦਾ ਹੋਇਆ ਗੁਰਸਿੱਖ ਵਾਹਿਗੁਰੂ ਦੇ ਨਾਮ ਦੇ ਵਿੱਚ ਅਭੇਦ ਹੋਵੇ। ਗੁਰਬਚਨੀ ਹਰ ਨਾਮ ਉਚਰੈ। ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਜਾਪ ਕਰੇ। ਸਤਿਗੁਰ ਸਿੱਖ ਕੇ ਬੰਧਨ ਕਾਟੇ। ਸਤਿਗੁਰੂ ਆਪਣੇ ਗੁਰਸਿੱਖਾਂ ਦੇ ਬੰਧਨ ਕੱਟ ਦਿੰਦੇ ਹਨ। ਬੰਧਨ ਬੜੇ ਤਰ੍ਹਾਂ ਦੇ ਨੇ ਅਤੇ ਸਤਿਗੁਰੂ ਜੀ ਐਡੇ ਦਿਆਲੂ ਨੇ, ਉਹ ਸੰਸਾਰ ਦੇ ਵੀ ਸਾਰੇ ਬੰਧਨ ਕੱਟ ਦਿੰਦੇ ਨੇ, ਜੀਵਨ ਮੁਕਤ ਕਰ ਦਿੰਦੇ ਹਨ। ਗੁਰ ਕਾ ਸਿੱਖ ਬੇਕਾਰ ਤੇ ਹਟੈ। ਤੇ ਇੱਥੋਂ ਤੱਕ ਕਿ ਵਿਕਾਰੀ ਬਿਰਤੀ ਨੂੰ ਵੀ ਖੰਡਿਤ ਕਰ ਦਿੰਦੇ ਹਨ। ਪਿੱਛੇ ਆਪਾਂ ਜ਼ਿਕਰ ਭਾਈ ਜੋਗੇ ਵਾਲਾ ਹੁਣੇ ਕਰਕੇ ਹਟੇ ਹਾਂ। ਗੁਰ ਕਾ ਸਿੱਖ ਬੇਕਾਰ ਤੇ ਹਟੈ। ਸਤਿਗੁਰੂ ਜੀ ਕਿਰਪਾ ਕਰਦੇ ਹਨ। ਜਾਂ ਦੂਸਰਾ ਅਰਥ ਇਹ ਵੀ ਲਿਆ ਗਿਆ ਹੈ ਕਿ ਸਤਿਗੁਰੂ ਜੀ ਕਿਰਪਾ ਕਰਦੇ ਹਨ ਆਪਣੇ ਗੁਰਸਿੱਖਾਂ ਦੇ ਉੱਪਰ। ਪਹਿਲੀ ਪੰਕਤੀ ਨੂੰ ਦੁਆਰਾ ਪੜ੍ਹਿਆ ਜਾਵੇ ਜੀ। ਗੁਰ ਕਾ ਸਿੱਖ ਬੇਕਾਰ ਤੇ ਹਟੈ। ਉਸ ਤੋਂ ਪਹਿਲਾਂ ਸਤਿਗੁਰ ਸਿੱਖ ਕੇ ਬੰਧਨ ਕਾਟੈ। ਸਤਿਗੁਰੂ ਆਪਣੇ ਗੁਰਸਿੱਖਾਂ ਦੇ ਬੰਧਨ ਕੱਟ ਦਿੰਦੇ ਹਨ ਸਾਰੇ ਤਰ੍ਹਾਂ ਦੇ। ਪਰ ਨਾਲ ਗੁਰਸਿੱਖ ਲਈ ਇੱਕ ਬਚਨ ਇਹ ਕਿਹਾ, ਠੀਕ ਹੈ ਬੰਧਨ ਕੱਟੇ ਜਾਣਗੇ, 84 ਲੱਖ ਦਾ ਗੇੜ ਕੱਟਿਆ ਜਾਏਗਾ, ਸਾਰੇ ਤਰ੍ਹਾਂ ਦੇ ਜਿਹੜੇ ਵਿਕਾਰੀ ਫੁਰਨੇ ਨੇ ਉਹ ਖਤਮ ਹੋ ਸਕਦੇ ਹਨ। ਅਤੇ ਗੁਰਸਿੱਖ ਲਈ ਕੰਡੀਸ਼ਨ ਲਾਈ ਹੈ, ਸਤਿਗੁਰ ਸਿੱਖ ਕੋ ਨਾਮ ਧਨ ਦੇ। ਅਤੇ ਇਹ ਕੰਡੀਸ਼ਨ ਲਾਈ ਹੈ ਕਿ ਗੁਰ ਕਾ ਸਿੱਖ ਬੇਕਾਰ ਤੇ ਹਟੈ, ਤਾਂ ਬੰਧਨ ਕੱਟੇ ਜਾਣਗੇ ਕਿ ਗੁਰੂ ਦਾ ਸਿੱਖ ਆਪਣੇ ਮਨ ਨੂੰ ਵਿਕਾਰਾਂ ਵਾਲੇ ਪਾਸੋਂ ਮੋੜ ਕੇ ਗੁਰੂ ਚਰਨਾਂ ਦੇ ਨਾਲ ਲਾਵੇ। ਇਸੇ ਤਰ੍ਹਾਂ ਅੱਗੇ ਸਤਿਗੁਰੂ ਜੀ ਕਿਰਪਾ ਕਰਦੇ ਹਨ, ਸਤਿਗੁਰ ਸਿੱਖ ਕੋ ਨਾਮ ਧਨ ਦੇ। ਸਤਿਗੁਰੂ ਜੀ ਆਪਣੇ ਗੁਰਸਿੱਖਾਂ ਨੂੰ ਨਾਮ ਧਨ ਦੀ ਦਾਤ ਬਖਸ਼ਿਸ਼ ਕਰਦੇ ਹਨ। ਦੁਨੀਆ 'ਤੇ ਬੜੇ ਤਰ੍ਹਾਂ ਦੇ ਧਨ ਹਨ, ਪਰ ਸਭ ਤੋਂ ਉੱਤਮ ਧਨ ਹੈ ਨਾਮ ਧਨ। ਮਹਾਰਾਜ ਜੀ ਕਹਿੰਦੇ ਇਹ ਧਨ ਐਸਾ ਹੈ, ਨਾ ਤਾਂ ਇਸ ਧਨ ਦਾ ਕਦੇ ਟੋਟਾ ਆਉਂਦਾ ਹੈ, ਨਾ ਇਸ ਧਨ ਨੂੰ ਕੋਈ ਚੋਰ ਚੁਰਾ ਕੇ ਲਿਜਾ ਸਕਦਾ ਹੈ। ਇਸ ਕਰਕੇ ਨਾਮ ਧਨ ਦੀ ਜਿਹੜੀ ਬਖਸ਼ਿਸ਼ ਹੈ ਉਹ ਸਤਿਗੁਰੂ ਜੀ ਆਪਣੇ ਗੁਰਸਿੱਖਾਂ ਨੂੰ ਬਖਸ਼ਦੇ ਹਨ। ਗੁਰ ਕਾ ਸਿੱਖ ਵਡਭਾਗੀ ਹੈ। ਮਹਾਰਾਜ ਜੀ ਕਹਿਣ ਲੱਗੇ ਗੁਰੂ ਦਾ ਸਿੱਖ ਵੱਡਿਆਂ ਭਾਗਾਂ ਵਾਲਾ ਹੈ, ਜਿਨ੍ਹਾਂ 'ਤੇ ਐਡੀ ਰਹਿਮਤ ਹੋਈ, ਇੰਨੀ ਬਖਸ਼ਿਸ਼ ਹੋਈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਦੇ ਹਨ। ਭਾਈ ਹੇਮੇ ਦਾ ਪ੍ਰਸੰਗ ਆਪ ਜੀ ਨੇ ਸੁਣਿਆ ਹੋਵੇਗਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 3 ਸ਼ਬਦ ਭਾਈ ਹੇਮੇ ਦੇ ਪ੍ਰਥਾਏ ਗੁਰਬਾਣੀ ਵਿੱਚ ਉਚਾਰਨ ਕੀਤੇ ਨੇ। ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪ੍ਰਮਿੰਨਾ।
ਮਿੱਤਰ ਨਾ ਇਠ ਧਨ ਰੂਪਹੀਣ ਕਿਛ ਸਾਕ ਨਾ ਸਿੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਇਹ ਨਾਮ ਦੀਆਂ ਦਾਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਸਿੱਖਾਂ ਨੂੰ ਬਖਸ਼ੀਆਂ ਨੇ। ਤੇ ਮਹਾਰਾਜ ਜੀ ਨੇ ਕਿਹਾ ਜਿਨ੍ਹਾਂ ਕੋਲੇ ਨਾਮ ਹੈ ਉਹ ਦੁਨੀਆ ਦੇ ਰਾਜੇ ਹਨ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਇਹਾਂ ਉਹਾਂ ਸੁਹੇਲੇ ਹਲਤ ਪਲਤ ਕੇ ਰੱਖਿਅਕ। ਧੰਨ ਹਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ। ਸਤਿਗੁਰੂ ਆਪਣੇ ਗੁਰਸਿੱਖਾਂ ਦਾ ਹਾਲਤ ਪਲਤ ਸਵਾਰੈ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਅਪ ਹੈ ਮੇਲੇ। ਆਹ ਲੋਕ ਵੀ ਆਪਣੇ ਗੁਰਸਿੱਖਾਂ ਲਈ ਸੁਹੇਲਾ ਸੁਖੀ ਕਰ ਦਿੰਦੇ ਨੇ ਤੇ ਅਗਲਾ ਲੋਕ ਸਭ ਨੇ ਜਾਣਾ ਹੈ। ਜੋ ਵੀ ਇਸ ਸੰਸਾਰ ਦੇ ਉੱਪਰ ਜਨਮ ਲੈ ਕੇ ਜੀਵ ਆਇਆ ਹੈ, ਸਭਨਾ ਸਹੁਰੇ ਵੰਜਣਾ ਸਭ ਮੁਕ ਲਾਵਣ ਹਾਰ। ਪਰ ਉਹ ਜਿੱਥੇ ਸਹੁਰੇ ਜਾਣਾ ਹੈ ਉੱਥੇ ਕੋਈ ਓਏ ਨਾ ਕਵੇ, ਉੱਥੇ ਸਤਿਕਾਰ ਮਿਲੇ। ਇਉਂ ਸਤਿਗੁਰਾਂ ਨੇ ਆਹ ਲੋਕ ਤੇ ਅਗਲਾ ਲੋਕ ਵੀ ਗੁਰਸਿੱਖਾਂ ਦਾ ਸਵਾਰ ਦਿੱਤਾ। ਨਾਨਕ ਸਤਿਗੁਰ ਸਿੱਖ ਕੋ ਜੀਅ ਨਾਲ ਸਮਾਰੈ। ਧੰਨ ਹਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ। ਧੰਨ ਦਸੋ ਗੁਰੂ ਸਾਹਿਬਾਨ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਜੀ ਨਾਲ ਸਮਾਰੈ, ਫਾਰਮੈਲਿਟੀ ਨਹੀਂ ਕਰਦੇ ਪਾਤਸ਼ਾਹ ਜੀ। ਅਸੀਂ ਫਾਰਮੈਲਿਟੀਆਂ ਕਰ ਜਾਂਦੇ ਹਾਂ ਕਈ ਵਾਰ ਕੀ ਹਮੇਸ਼ਾ ਹੀ ਕਰਦੇ ਹਾਂ। ਕਦੇ ਕਦੇ ਸਾਡੇ ਸੱਚੇ ਦਿਲੋਂ ਸੱਚੀ ਅਰਦਾਸ ਨਿਕਲਦੀ ਹੈ। ਕਦੋਂ? ਜਦੋਂ ਅਸੀਂ ਫਸੇ ਹੁੰਦੇ ਹਾਂ, ਜਦੋਂ ਸਾਡੇ ਸਿਰ 'ਤੇ ਕੋਈ ਤਲਵਾਰ ਲਟਕ ਰਹੀ ਹੁੰਦੀ ਨਾ, ਉਦੋਂ ਫਿਰ ਜਿਹੜੀ ਬੇਦਨ ਕਿਹਾ ਜੀ ਕੀ ਬੇਦਨ ਹੋਏ ਸੋ ਗੁਰ ਪਏ ਅਰਦਾਸ ਕਰ, ਉਦੋਂ ਫਿਰ ਗੁਰੂ ਘਰ ਆ ਕੇ ਵੀ ਅਰਦਾਸ ਕਰਨ ਦੀ ਲੋੜ ਨਹੀਂ ਪੈਂਦੀ। ਜੰਗਲਾਂ ਬੀਆਂ ਬਾਣ ਦੇ ਵਿੱਚ ਖੜਿਆਂ ਵੀ ਉਹ ਪ੍ਰਵਾਨ ਕਰ ਲੈਂਦਾ ਹੈ। ਪਰ ਉਹ ਪਾਤਸ਼ਾਹ ਕਿੱਡਾ ਦਿਆਲੂ ਹੈ। ਜੀ ਨਾਲ ਸੰਭਾਰੈ, ਹਿਰਦੇ ਦੇ ਨਾਲ ਇੰਨਾ ਪਿਆਰ ਗੁਰਸਿੱਖਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਰਦੇ ਹਨ। ਭਾਈ ਗੁਰਦਾਸ ਜੀ ਬੜਾ ਸੋਹਣਾ ਲਿਖਦੇ ਨੇ। ਉਹ ਕਹਿਣ ਲੱਗੇ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਅੱਗੇ ਹੋਏ ਲੇਤ ਹੈ। ਗੁਰਸਿੱਖ ਇੱਕ ਕਦਮ ਪੱਟੇ, ਸਤਿਗੁਰੂ ਜੀ ਹਜ਼ਾਰਾਂ ਕਰੋੜਾਂ ਕਦਮ ਅੱਗੋਂ ਹੋ ਕੇ ਗੁਰਸਿੱਖ ਨੂੰ ਲੈਣ ਵਾਸਤੇ ਆਉਂਦੇ ਨੇ। ਜੀ ਨਾਲ ਸਮਾਰੈ, ਬੜੇ ਪਿਆਰ ਦੇ ਨਾਲ ਦਿਲੋਂ ਗੁਰਸਿੱਖਾਂ ਦੀ ਪ੍ਰਤਪਾਲਨਾ ਕਰਦੇ ਹਨ। ਗੁਰ ਕੈ ਗ੍ਰਹਿ ਸੇਵਕ ਜੋ ਰਹੈ। ਗੁਰੂ ਦੇ ਘਰ ਦੇ ਵਿੱਚ ਜਿਹੜਾ ਵੀ ਕੋਈ ਸੇਵਕ ਆ ਕਰਕੇ ਰਹਿੰਦਾ ਹੈ, ਸੇਵਾ ਕਰਦਾ ਹੈ, ਗੁਰ ਕੀ ਆਗਿਆ ਮਨ ਮਹਿ ਸਹੈ। ਗੁਰੂ ਦੀ ਆਗਿਆ ਨੂੰ ਸੱਤ ਕਰਕੇ ਮੰਨਦਾ ਹੈ। ਭਾਵ ਕਿ ਕਦੇ ਵੀ ਊਚ ਨੀਚ ਜਾਂ ਮਨ ਦੇ ਫੁਰਨੇ ਨਹੀਂ ਲਿਆਉਂਦਾ। ਜੋ ਹੈ ਉਹ ਸੱਤ ਬਚਨ ਕਹਿ ਕਰਕੇ ਮੰਨਦਾ ਹੈ। ਇਹ ਨਹੀਂ ਚਾਕਰ ਲੱਗੈ ਚਾਕਰੀ ਨਾਲੇ ਗਾਰ ਬਵਾਦ, ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ। ਇਸ ਤਰ੍ਹਾਂ ਦਾ ਖਿਆਲਾਤ ਮਨ ਵਿੱਚ ਨਹੀਂ ਆਉਂਦਾ। ਜੇ ਉਸ ਸੱਚੇ ਦਰ ਦੇ ਉੱਪਰ ਸੇਵਕ ਬਣੇ ਹਨ ਤੇ ਫਿਰ ਹਉ ਲਾਲਾ ਗੋਲਾ ਖਸਮ ਕਾ ਗੁਰ ਕਾਰੇ ਲਾਇਆ। ਫਿਰ ਗੋਲਾ ਬਣ ਕੇ ਗੁਲਾਮ ਬਣ ਕੇ ਉਹ ਸੱਚੇ ਦਰ 'ਤੇ ਸੇਵਕ ਬਣੇ ਹਨ। ਆਪਸ ਕੋ ਕਰ ਕਛ ਨ ਜਨਾਵੈ। ਇਹ ਆਪਣੇ ਆਪ ਨੂੰ ਬਿਲਕੁਲ ਸਿਫਰ ਕੀਤਾ ਹੋਇਆ, ਜ਼ੀਰੋ ਕੀਤਾ ਹੋਇਆ, ਬਿਲਕੁਲ ਵੀ ਗਿਣਤੀ ਮਿਣਤੀ ਵਿੱਚ ਨਹੀਂ ਲਿਆਉਂਦੇ। ਭਾਈ ਮੰਝ ਜੀ ਵਾਂਗ ਆਪਣਾ ਆਪ ਸਮਰਪਣ ਕੀਤਾ ਹੋਇਆ ਹੈ। ਹਰ ਹਰ ਨਾਮ ਹਿਰਦੈ ਸਦ ਧਿਆਵੈ। ਹਮੇਸ਼ਾ ਹਮੇਸ਼ਾ ਹਿਰਦੇ ਦੇ ਵਿੱਚ ਵਾਹਿਗੁਰੂ ਦਾ ਨਾਮ ਹੀ ਧਿਆਉਂਦੇ ਹਨ। ਮਨ ਵੇਚੈ ਸਤਿਗੁਰ ਕੈ ਪਾਸ। ਆਪਣੇ ਮਨ ਨੂੰ ਸਤਿਗੁਰਾਂ ਦੇ ਪਾਸ ਵੇਚ ਦਿੱਤਾ ਹੈ, ਰੱਖ ਦਿੱਤਾ ਹੈ। ਦੇਖੋ ਪਾਵਨ ਬਾਣੀ ਵਿੱਚ ਦੂਸਰੀ ਵਾਰ ਬਚਨ ਆਇਆ। ਪੰਜਵੀਂ ਅਸ਼ਟਪਦੀ ਦੇ ਵਿੱਚ ਬਚਨ ਆਇਆ ਸੀ 10 ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਬਿਖੋਟ ਗਵਾਵੈ। ਏਕ ਭੀ ਨਾ ਦੇ 10 ਭੀ ਹਿਰ ਲੈ, ਤਉ ਮੂੜਾ ਕਹੋ ਕਹਾ ਕਰੇ। ਜਿਸ ਠਾਕੁਰ ਸਿਓ ਨਾਹੀ ਚਾਰਾ, ਤਾ ਕੋ ਕੀਜੈ ਸਾਧ ਨਮਸਕਾਰਾ। ਹੁਣ 10 ਵਸਤੂਆਂ ਦਾ ਜ਼ਿਕਰ ਪਿੱਛੇ ਵੀ ਆਪਾਂ ਕਰ ਰਹੇ ਹਾਂ। ਉਸੇ ਤਰ੍ਹਾਂ ਦਾ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਬਚਨ ਕਰ ਰਹੇ ਹਨ ਕਿ ਵਾਹਿਗੁਰੂ ਜੀ ਨੇ ਸਾਨੂੰ 10 ਵਸਤੂਆਂ 10 ਇੰਦਰੇ ਸਾਨੂੰ ਕਰਮ ਇੰਦਰੇ 5 ਕਰਮ ਇੰਦਰੇ 5 ਗਿਆਨ ਇੰਦਰੇ ਬਖਸ਼ੇ। ਇਹ ਸਾਨੂੰ ਦਾਤਾਂ ਦੇਤੀਆਂ। ਨਾਲ ਇੱਕ ਆਪਣੀ ਅਮਾਨਤ ਸਾਨੂੰ ਮਨ ਦੇਤਾ। ਇਹ ਕਿਹਾ ਗੁਰਸਿੱਖਾ ਇਹ ਮੇਰੀ ਅਮਾਨਤ ਹੈ, ਇਹ ਮੈਨੂੰ ਮੋੜ ਦਵੀਂ। ਤੇ ਜਦੋਂ ਆਪਾਂ ਮਨ ਸਤਿਗੁਰਾਂ ਨੂੰ ਮੋੜ ਦੇਵਾਂਗੇ ਤੇ ਫਿਰ ਸਾਡੇ ਜਿਹੜੇ ਕਰਮ ਇੰਦਰੇ ਜਿਹੜੇ ਗਿਆਨ ਇੰਦਰੇ ਨੇ, ਸਾਡੇ ਹੱਥ ਪੈਰ ਮੂੰਹ ਨੱਕ ਕੰਨ ਆਦਿ, ਇਹ ਸਾਰੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਰਹਿਣਗੇ। ਪਰ ਅਸੀਂ ਮਨ ਵਾਹਿਗੁਰੂ ਨੂੰ ਦੇਣ ਦੀ ਬਜਾਏ ਸੰਸਾਰ ਦੇ ਵਿੱਚ ਖਚਤ ਕਰ ਦਿੱਤਾ। ਭੱਜਿਆ ਫਿਰਦਾ ਨਾ, ਇਹ ਟਿਕਦਾ ਹੀ ਨਹੀਂ। ਤੇ ਫਿਰ ਜਿਹੜੇ ਇਹ ਇੰਦਰੇ ਸੀ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਸੀ,
ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ। ਉਹ ਫਿਰ ਹਰ ਨੂੰ ਨਹੀਂ ਦੇਖਦੇ, ਉਹ ਤੇ ਫਿਰ ਸੰਸਾਰ ਦੇ ਵਿਸ਼ੇ ਵਿਕਾਰਾਂ ਦੇ ਵਿੱਚ ਖਚਤ ਹੋਏ ਪਏ ਨੇ। ਜਿਹਨੂੰ ਬਾਬਾ ਫਰੀਦ ਸਾਹਿਬ ਨੇ ਕਿਹਾ ਇਹ ਵਿਸ ਗੰਦਲਾਂ ਭਰੀਆਂ ਖੰਡ ਲਿਵਾੜ। ਪਾਤਸ਼ਾਹ ਨੇ ਕੰਨਾਂ ਨੂੰ ਕਿਹਾ ਇਹ ਸ਼ਰਵਣ ਹੋ ਮੇਰੇ ਹੋ ਸੱਚ ਹੈ ਸੁਣਨੇ ਨੂੰ ਪਠਾਏ। ਤੇ ਕੰਨ ਫਿਰ ਸੱਚ ਹੈ ਸੁਣਨੇ ਨੂੰ ਪਠਾਏ, ਸੁਣਦੇ ਨੇ ਨਹੀਂ। ਮਹਾਰਾਜ ਜੀ ਕਹਿੰਦੇ ਨਾਮ ਕੀ ਬੇਲਾ ਪੈ ਪੈ ਸੋਇਆ। ਰੈਣ ਗਵਾਈ ਸੋਏ ਕਹਿ ਦਿਵਸ ਗਵਾਇਓ ਖਾਏ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਲੰਘਦਾ ਜਾ ਰਿਹਾ ਹੈ ਛਿਨ ਛਿਨ ਔਦ ਬਿਹਾਤ ਹੈ। ਫੂਟੈ ਘਟ ਜਿਉ ਪਾਨੀ। ਉਮਰ ਤੇ ਲੰਘਦੀ ਜਾ ਰਹੀ ਹੈ, ਘਟਦੀ ਜਾ ਰਹੀ ਹੈ। ਪਰ ਜਿਹੜਾ ਪਾਤਸ਼ਾਹ ਨੇ ਕਿਹਾ, ਸੱਚੇ ਪਾਤਸ਼ਾਹ ਨੇ ਇੱਥੋਂ ਤੱਕ ਕਿਹਾ ਕਿ ਇਹ ਹੱਥ ਕਿਵੇਂ ਸਫਲੇ ਹੋਣਗੇ ਜੇ ਵਾਹਿਗੁਰੂ ਦਾ ਜਸ ਲਿਖਿਆ ਜਾਵੇ। ਪੈਰ ਕਿਵੇਂ ਸਫਲੇ ਹੋਣਗੇ ਜੇ ਗੁਰੂ ਦੇ ਦਰ ਵੱਲ ਜਾਣ, ਹੱਥਾਂ ਨਾਲ ਸੇਵਾ ਕੀਤੀ ਜਾਵੇ। ਇਸੇ ਤਰ੍ਹਾਂ ਇਹ ਜਿਹੜੀ ਰਸਨਾ ਹੈ, ਇਹ ਰਸਨਾ ਤੂੰ ਅਨਰਸ ਰਾਚ ਰਹੀ। ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ। ਹੁਣ ਇਸ ਰਸਨਾ ਨੇ ਹਰ ਰਸ ਪਾਇਆ ਨਹੀਂ। ਇਹਦੇ ਵਿੱਚ ਤਾਂ ਅਸੀਂ ਇੰਨੇ ਤਰ੍ਹਾਂ ਦੇ ਪਦਾਰਥਾਂ ਦਾ ਇਹਨੂੰ ਨਸ਼ਾ ਦੇ ਦਿੱਤਾ, ਚਟਪਟੇ ਜਾਂ ਹੋਰ ਕਈ ਤਰ੍ਹਾਂ ਦੇ ਭੋਜਨ ਆਦਿ, ਕਿਉਂਕਿ ਇਹਨੂੰ ਨਾਮ ਰਸ ਦਾ ਸਵਾਦ ਹੀ ਨਹੀਂ ਆ ਰਿਹਾ। ਇਹਨੂੰ ਦੁਨੀਆ ਦੇ ਜਿਹੜੇ ਰਸ, ਜਿਹੜੇ ਫੋਕੇ ਰਸ ਨੇ, ਉਹਨਾਂ ਦੇ ਵਿੱਚ ਮਗਨ ਹੋਈ ਪਈ ਹੈ। ਸੋ ਪਾਤਸ਼ਾਹ ਨੇ ਇਹ ਕਿਹਾ ਸੀ ਕਿ ਇਹ 10 ਇੰਦਰੇ ਮੈਂ ਤੈਨੂੰ ਦਿੱਤੇ, ਇੱਕ ਮੈਂ ਆਪਣਾ ਮਨ ਤੁਹਾਨੂੰ ਦਿੱਤਾ, ਉਹ ਮਨ ਮੈਨੂੰ ਵਾਪਸ ਕਰਨਾ ਅਸੀਂ ਨਹੀਂ ਕੀਤਾ। ਫਿਰ ਇਹ ਜਿਹੜੇ ਇੰਦਰੇ ਸੀ ਇਹ ਵੀ ਸੰਸਾਰੀ ਪੱਖ ਵੱਲ ਹੋ ਗਏ। ਸੋ ਇਸ ਤਰ੍ਹਾਂ ਇੱਥੇ ਵੀ ਸਤਿਗੁਰੂ ਜੀ ਕਿਰਪਾ ਕਰਦੇ ਹਨ। ਮਨ ਵੇਚੈ ਸਤਿਗੁਰ ਕੈ ਪਾਸ। ਜਿਹੜੇ ਗੁਰਸਿੱਖ ਨੇ ਆਪਣਾ ਮਨ ਸਤਿਗੁਰੂ ਜੀ ਨੂੰ ਅਰਪਣ ਕਰ ਦਿੱਤਾ, ਇਸ ਸੇਵਕ ਕੇ ਕਾਰਜ ਰਾਸ। ਤੇ ਪਾਤਸ਼ਾਹ ਜੀ ਕਹਿੰਦੇ ਉਸ ਗੁਰਸਿੱਖ ਦੇ ਸਾਰੇ ਹੀ ਕਾਰਜ ਰਾਸ ਹੋਣਗੇ, ਕੋਈ ਵਿਗੜ ਨਹੀਂ ਆਵੇਗਾ। ਸੇਵਾ ਕਰਤ ਹੋਏ ਨਹਿ ਕਾਮੀ। ਤੇ ਜਿਹੜਾ ਗੁਰਸਿੱਖ ਸੇਵਾ ਕਰਦਾ ਹੋਇਆ ਨਿਹਕਾਮੀ, ਭਾਵ ਸੇਵਾ ਕਰ ਰਿਹਾ ਹੈ, ਮਨ ਵਿੱਚ ਕੋਈ ਇੱਛਾ ਨਹੀਂ, ਨਿਸ਼ਕਾਮ ਭਾਵਨਾ ਦੇ ਨਾਲ ਸੇਵਾ ਕਰ ਰਿਹਾ ਹੈ, ਇਸ ਕੋ ਹੋਤ ਪ੍ਰਾਪਤ ਸੁਆਮੀ। ਉਸ ਗੁਰਸਿੱਖ ਨੂੰ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ, ਪ੍ਰਤੱਖ ਦਰਸ਼ਨ ਦੀਦਾਰ ਹੋ ਜਾਂਦੇ ਹਨ। ਆਪਣੀ ਕਿਰਪਾ ਜਿਸ ਆਪ ਕਰੇ। ਜਿਨ੍ਹਾਂ ਗੁਰਸਿੱਖਾਂ ਦੇ ਉੱਪਰ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਆਪ ਕਰਦੇ ਹਨ, ਨਾਨਕ ਸੋ ਸੇਵਕ ਗੁਰ ਕੀ ਮਤ ਲੈ। ਕਹਿੰਦੇ ਉਹੋ ਹੀ ਗੁਰੂ ਦਾ ਸਿੱਖ ਗੁਰੂ ਦੀ ਸ੍ਰੇਸ਼ਟ ਮਤ ਨੂੰ ਗ੍ਰਹਿਣ ਕਰਦਾ ਹੈ। 20 ਬਿਸਵੇ ਗੁਰ ਕਾ ਮਨ ਮਾਨੈ। 20 ਬਿਸਵੇ ਗੁਰ ਕਾ ਮਨ ਮਾਨੈ। ਕਹਿਣ ਲੱਗੇ ਜਿਨ੍ਹਾਂ ਗੁਰਸਿੱਖਾਂ ਦਾ ਨਿਸ਼ਚੈ ਕਰਕੇ ਗੁਰੂ ਦੇ ਨਾਲ ਮਨ ਮੰਨ ਗਿਆ, ਭਾਵ ਕਿ ਗੁਰੂ ਦੇ ਬਚਨਾਂ ਨੂੰ ਜਿਨ੍ਹਾਂ ਨੇ ਸੱਤ ਕਰਕੇ ਮੰਨ ਲਿਆ, ਆਪਣਾ ਤਨ ਮਨ ਧਨ ਸਭ ਕੁਝ ਗੁਰੂ ਨੂੰ ਅਰਪਣ ਕਰ ਦਿੱਤਾ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਉਹੋ ਹੀ ਸੇਵਕ ਉਸ ਪ੍ਰਮਾਤਮਾ ਦੀ ਜਿਹੜੀ ਗਤ ਗਤੀ ਚਾਲ ਮਰਿਆਦਾ ਜਾਣ ਸਕਦਾ ਹੈ। ਸੋ ਸਤਿਗੁਰ ਜਿਸ ਹਿਰਦੈ ਹਰਿ ਨਾਉ। ਕਹਿਣ ਲੱਗੇ ਉਹੋ ਹੀ ਸਤਿਗੁਰੂ ਹੈ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਅੰਗਦ ਦੇਵ ਜੀ, ਧੰਨ ਗੁਰੂ ਅਮਰਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰ ਰਾਏ ਜੀ, ਗੁਰੂ ਹਰਕ੍ਰਿਸ਼ਨ ਜੀ, ਧੰਨ ਗੁਰੂ ਤੇਗ ਬਹਾਦਰ ਜੀ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਧੁਰੋਂ ਬਖਸ਼ਿਸ਼ ਕਰਕੇ ਨਾਮ ਦੀਆਂ ਦਾਤਾਂ ਬਖਸ਼ੀਆਂ। ਅਨਕ ਬਾਰ ਗੁਰ ਕਾ ਬਲ ਜਾਓ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਐਸੇ ਗੁਰਾਂ ਤੋਂ ਹਾਉ ਕੁਰਬਾਨੇ ਜਾਓ ਮਿਹਰਬਾਨਾ, ਹਾਉ ਕੁਰਬਾਨੇ ਜਾਓ, ਹਾਉ ਕੁਰਬਾਨੇ ਜਾਓ ਤਿੰਨਾ ਕਹਿ ਲੈਣ ਜੋ ਤੇਰਾ ਨਾਉ। ਜਿਹੜਾ ਤੇਰਾ ਨਾਮ ਵੀ ਲੈਂਦਾ ਹੈ, ਹੇ ਸਤਿਗੁਰੂ ਮੈਂ ਉਹਨਾਂ ਤੋਂ ਵੀ ਕੁਰਬਾਨ ਜਾਨਾ ਹਾਂ, ਐਸੇ ਗੁਰੂ ਤੋਂ ਵੀ ਕੁਰਬਾਨ ਜਾਈਏ, ਬਲਿਹਾਰ ਜਾਈਏ। ਸਰਬ ਨਿਧਾਨ ਜੀਅ ਕਾ ਦਾਤਾ। ਉਹ ਵਾਹਿਗੁਰੂ ਸਾਰਿਆਂ ਖਜ਼ਾਨਿਆਂ ਦਾ ਮਾਲਕ ਹੈ ਤੇ ਸਾਰਿਆਂ ਦਾ ਦਾਤਾ ਰੂਪ ਹੈ। 8 ਪਹਿਰ ਪਾਰ ਬ੍ਰਹਮ ਰੰਗ ਰਾਤਾ। ਤੇ ਜਿਹੜਾ ਜੀਵ 8 ਪੈਰ ਉਸ ਪਾਰ ਬ੍ਰਹਮ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਹੈ, ਜੁੜਿਆ ਹੋਇਆ ਹੈ। ਬ੍ਰਹਮ ਮਹਿ ਜਨ ਜਨ ਮਹਿ ਪਾਰ ਬ੍ਰਹਮ। ਹੁਣ ਇਸ ਪਦੇ ਦੇ ਵਿੱਚ ਸਤਿਗੁਰੂ ਤੇ ਸਤਿਪੁਰਖ, ਅਕਾਲ ਪੁਰਖ ਤੇ ਸਤਿਗੁਰੂ, ਉਹਨਾਂ ਦਾ ਆਪਸੀ
ਜੋ ਸੰਬੰਧ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੱਸ ਰਹੇ ਹਨ। ਸਰਬ ਨਿਧਾਨ ਜੀ ਕਾ ਦਾਤਾ, 8 ਪਹਿਰ ਪਾਰ ਬ੍ਰਹਮ ਰੰਗ ਰਾਤਾ। ਜਿਹੜਾ ਸਤਿਗੁਰੂ ਹੈ ਉਹ 8 ਪਹਿਰ ਪਾਰ ਬ੍ਰਹਮ ਦੇ ਨਾਲ ਉਹਦੀ ਲਿਵ ਜੁੜੀ ਹੋਈ ਹੈ। ਬ੍ਰਹਮ ਹੈ ਜਨ, ਜਨ ਮੈਂ ਪਾਰ ਬ੍ਰਹਮ। ਇੱਥੇ ਜਨ ਸ਼ਬਦ ਸਤਿਗੁਰੂ ਲਈ ਆਇਆ, ਸੇਵਕ ਲਈ ਨਹੀਂ ਆਇਆ। ਕਿ ਸਤਿਗੁਰੂ ਜਿਹੜੇ ਨੇ ਬ੍ਰਹਮ ਮਹਿ ਜਨ, ਅਕਾਲ ਪੁਰਖ ਦਾ ਸਰੂਪ ਹੀ ਸਤਿਗੁਰੂ ਹਨ। ਜਨ ਮਹਿ ਪਾਰ ਬ੍ਰਹਮ, ਉਸ ਸਤਿਗੁਰੂ ਦੇ ਵਿੱਚ ਹੀ ਅਕਾਲ ਪੁਰਖ ਵਾਹਿਗੁਰੂ ਜੀ ਵਸਦੇ ਹਨ। ਗੁਰਬਾਣੀ ਦਾ ਇੱਕ ਪਾਵਨ ਸ਼ਬਦ ਹੈ, ਖਾਲਕ ਖਲਕ ਖਲਕ ਮਹਿ ਖਾਲਕ, ਪੂਰ ਰਹਿਓ ਸਭ ਠਾਏ। ਇਸੇ ਤਰ੍ਹਾਂ ਸਤਿਗੁਰੂ ਤੇ ਸਤਿਪੁਰਖ ਇੱਕ ਹੀ ਰੂਪ ਹਨ। ਇਕ ਹੈ ਆਪ ਨਹੀਂ ਕਿਛ ਕਛ ਕਰ ਭਰਮ। ਸਤਿਗੁਰੂ ਜੀ ਕਹਿਣ ਲੱਗੇ ਇੱਕ ਹੈ ਆਪ, ਬੇਸ਼ੱਕ ਇਹ ਦੋ ਨੇ। ਇੱਕ ਅਕਾਲ ਪੁਰਖ ਵਾਹਿਗੁਰੂ ਹੈ ਤੇ ਦੂਸਰੇ ਸਤਿਗੁਰੂ ਹਨ। ਇਹ ਵੱਖਰੇ ਨਹੀਂ, ਇਹ ਇੱਕ ਹੀ ਰੂਪ ਨੇ। ਆਪ ਨਰਾਇਣ ਕਲਾ ਧਾਰ, ਜਗ ਮੈਂ ਪਰਵਰਿਓ। ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੀ ਹਨ। ਇਸ ਵਿੱਚ ਕੋਈ ਭਰਮ ਨਾ ਜਾਣੋ, ਇੱਕ ਹੀ ਰੂਪ ਹਨ। ਸਹਸ ਸਿਆਣਪ ਲਿਆ ਨਾ ਜਾਈਐ। ਐਸੇ ਸਤਿਗੁਰਾਂ ਨੂੰ ਜਾਂ ਐਸੇ ਅਕਾਲ ਪੁਰਖ ਵਾਹਿਗੁਰੂ ਨੂੰ ਸਿਆਣਪਾਂ ਦੇ ਨਾਲ ਨਹੀਂ ਪਾਇਆ ਜਾ ਸਕਦਾ। ਲੱਖ ਸਿਆਣਪਾਂ ਕੰਮ ਨਾ ਆਵਈ, ਸਹਿਸ ਸਿਆਣਪ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਸਿਆਣਪਾਂ ਦੇ ਨਾਲ ਉਸ ਪ੍ਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ। ਨਾਨਕ ਐਸਾ ਗੁਰਬੜ ਭਾਗੀ ਪਾਈਐ। ਐਸਾ ਗੁਰੂ ਜੋ ਹੈ ਉਹ ਵੱਡਿਆਂ ਭਾਗਾਂ ਦੇ ਨਾਲ ਹੀ ਪਾਇਆ ਜਾ ਸਕਦਾ ਹੈ। ਸਫਲ ਦਰਸ਼ਨ ਪੇਖਤ ਪੁਨੀਤ। ਐਸੇ ਸਤਿਗੁਰਾਂ ਦੇ ਦਰਸ਼ਨ ਸਫਲ ਹਨ ਤੇ ਦਰਸ਼ਨ ਕਰਦਿਆਂ ਪਵਿੱਤਰ 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 ਪੁਨੀਤ, ਭਾਵ ਕਿ ਬਿਲਕੁਲ ਪਵਿੱਤਰ ਹੋ ਜਾਈਦਾ ਹੈ। ਪਰਸਤ ਚਰਨ ਗਤ ਨਿਰਮਲ ਰੀਤ। ਪਰਸਤ ਚਰਨ ਗਤ, ਇੱਥੇ ਵਿਸ਼ਰਾਮ ਲਾਉਣਾ ਹੈ ਕਿ ਐਸੇ ਸਤਿਗੁਰਾਂ ਦੇ ਚਰਨਾਂ ਨੂੰ ਪਰਸਦਿਆਂ ਨਿਰਮਲ ਰੀਤ, ਜਿਹੜੀ ਮਰਿਆਦਾ ਹੈ, ਰੀਤ ਹੈ, ਰਹਿਣੀ ਬਹਿਣੀ ਹੈ, ਕਥਨੀ ਕਹਿਣੀ ਹੈ, ਉਹ ਸਾਰੀ ਨਿਰਮਲ ਹੋ ਜਾਂਦੀ ਹੈ। ਭੇਟਤ ਸੰਗ ਰਾਮ ਗੁਣ ਰਵੇ। ਤੇ ਕਹਿਣ ਲੱਗੇ ਐਸੇ ਸਤਿਗੁਰਾਂ ਦੀ ਸੰਗਤ ਕਰਨ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਣ ਦੇ ਵਿੱਚ ਇਹ ਜੀਵ ਲੱਗ ਜਾਂਦਾ ਹੈ। ਔਰ ਬ੍ਰਹਮ ਕੀ ਦਰਗਹ ਗਵੇ। ਤੇ ਉਹਦਾ ਫਲ ਕੀ ਮਿਲਦਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਜਾਣ ਦਾ ਜਿਹੜਾ ਰਾਹ ਹੈ ਉਹ ਖੁੱਲ੍ਹ ਜਾਂਦਾ ਹੈ। ਗਵੈ, ਗਵਨ ਤੋਂ ਗਵੈ ਪਾਠ ਬਣਿਆ ਕਿ ਜਾਣਾ। ਇਹ ਕਿਸ ਤਰ੍ਹਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਉਸ ਰਾਹ 'ਤੇ ਕਿਸ ਤਰ੍ਹਾਂ ਜਾਇਆ ਜਾ ਸਕਦਾ ਹੈ। ਸੁਨ ਕਰ ਬਚਨ ਕਰਨ ਆਗਾਨੇ। ਉਸ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਪਵਿੱਤਰ ਬਾਣੀ ਨੂੰ ਸੁਣਦਿਆਂ ਹੋਇਆਂ ਇਹ ਜਿਹੜੇ ਕੰਨ ਤ੍ਰਿਪਤ ਹੋ ਜਾਣ, ਭਾਵ ਹਰ ਵੇਲੇ ਇਹਨਾਂ ਕੰਨਾਂ ਦੇ ਨਾਲ ਇਹ ਸ਼ਰਵਣ ਹੋ ਮੇਰੇ ਹੋ, ਸਾਚੈ ਸੁਣਨੈ ਨੋ ਪਠਾਏ। ਕੇਵਲ ਸੱਚੇ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਸੁਣਿਆ ਜਾਵੇ। ਪਰ ਸਾਡੇ ਬਿਰਤੀਆਂ ਐਸੀਆਂ ਬਣੀਆਂ ਹੋਈਆਂ ਨੇ ਕਿ ਅਸੀਂ ਸੱਚ ਨੂੰ ਨਹੀਂ ਸੁਣ ਸਕਦੇ। ਜਿਹੜਾ ਸਾਕਤ ਗੀਤ ਨੇ, ਸਾਕਤ ਨਾਦ ਨੇ, ਜਿਨ੍ਹਾਂ ਨੂੰ ਪਾਤਸ਼ਾਹ ਨੇ ਗੁਰਬਾਣੀ ਵਿੱਚ ਕਿਹਾ ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ, ਇਹ ਨਾ ਪਾਤਸ਼ਾਹ ਜੀ ਸਾਡੇ 'ਤੇ ਕਿਰਪਾ ਕਰਿਓ, ਇਹ ਸਾਕਤ ਗੀਤ ਸਾਡੇ ਕੰਨਾਂ ਦੇ ਵਿੱਚ ਨਾ ਵੱਜਣ, ਸਾਨੂੰ ਵਾਹਿਗੁਰੂ ਦੇ ਪਵਿੱਤਰ ਬੋਲ ਹੀ ਸਾਡੇ ਕੰਨਾਂ ਦੇ ਵਿੱਚ ਵੱਜਣ। ਤੇ ਮਹਾਰਾਜ ਜੀ ਕਹਿਣ ਲੱਗੇ ਉਹਨਾਂ ਗੁਰਸਿੱਖਾਂ ਦੀ ਬਿਰਤੀ ਇਹ ਬਣ ਜਾਵੇ ਕਿ ਇਹਨਾਂ ਕੰਨਾਂ ਦੇ ਨਾਲ ਵਾਹਿਗੁਰੂ ਦੇ ਜਸ ਨੂੰ ਸੁਣ ਕੇ ਇਹ ਕੰਨ ਤ੍ਰਿਪਤ ਹੋ ਜਾਣ। ਮਨ ਸੰਤੋਖ ਆਤਮ ਪਤਿਆਨੇ। ਤੇ ਇਹ ਮਨ ਵੀ ਸੰਤੋਖਿਆ ਜਾਵੇ, ਮਨ ਨੂੰ ਐਡਾ ਕੋ ਸਬਰ ਸੰਤੋਖ ਆ ਜਾਵੇ ਕਿ ਆਤਮ ਪਤਿਆਨੇ, ਆਤਮਾ ਜਿਹੜੀ ਹੈ ਉਹ ਤ੍ਰਿਪਤ ਹੋ ਜਾਵੇ ਵਾਹਿਗੁਰੂ ਦੇ ਦਰਸ਼ਨਾਂ ਨਾਲ। ਪੂਰਾ ਗੁਰ ਅਖਿਓ ਜਾ ਕਾ ਮੰਤਰ। ਕਹਿਣ ਲੱਗੇ ਉਹ ਅਕਾਲ ਪੁਰਖ ਵਾਹਿਗੁਰੂ ਪੂਰਾ ਹੈ। ਉਸ ਵਾਹਿਗੁਰੂ ਦਾ ਜਿਹੜਾ ਨਾਮ ਮੰਤਰ ਹੈ ਅਖਿਓ, ਅੱਖਰਾਂ ਦੇ ਵਿੱਚ ਜੋ ਬਿਆਨ ਕੀਤਾ ਹੈ। ਅੰਮ੍ਰਿਤ ਦ੍ਰਿਸ਼ਟ ਵੇਖੈ ਹੋਏ ਸੰਤ। ਕਹਿਣ ਲੱਗੇ ਜੋ ਉਹ ਅਕਾਲ ਪੁਰਖ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਦੇ ਨਾਲ ਦੇਖਦਾ ਹੈ ਤੇ ਫਿਰ ਜਿਨ੍ਹਾਂ ਦੇ ਉੱਪਰ ਉਹ ਕਿਰਪਾ ਦ੍ਰਿਸ਼ਟੀ ਪੈਂਦੀ ਹੈ ਉਹ ਸੰਤ ਰੂਪ ਹੋ ਜਾਂਦੇ ਹਨ। ਗੁਣ ਬੇਅੰਤ ਕੀਮਤ ਨਹੀਂ ਪਾਏ। ਉਹ ਵਾਹਿਗੁਰੂ ਜੀ ਦੇ ਬੇਅੰਤ ਗੁਣ ਹਨ, ਬਿਆਨ ਨਹੀਂ ਕੀਤੇ ਜਾ ਸਕਦੇ। ਏਕ ਜੀਹ ਕਿਆ ਬਖਾਨੈ
ਹਾਂ ਕੇ ਬਲ 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 ਸਦ ਬਲਿਹਾਰ। ਐਸੇ ਗੁਰੂ ਤੋਂ ਹਮੇਸ਼ਾ ਬਲਿਹਾਰ ਹੀ ਜਾਇਆ ਜਾ ਸਕਦਾ ਹੈ। ਉਸ ਵਾਹਿਗੁਰੂ ਦੇ ਬੇਅੰਤ ਗੁਣ ਹਨ। ਨਾਨਕ ਜਿਸ ਭਾਵੈ ਤਿਸ ਲਏ ਮਿਲਾਏ। ਜਿਸ ਤੇ ਸਤਿਗੁਰੂ ਜੀ ਕਿਰਪਾ ਕਰਦੇ ਹਨ ਉਹਨਾਂ ਗੁਰਸਿੱਖਾਂ ਨੂੰ ਆਪਣੇ ਨਾਲ ਮਿਲਾ ਲੈਂਦੇ ਹਨ। ਜਿਹਬਾ ਏਕ ਉਸਤਤ ਅਨੇਕ। ਵਾਹਿਗੁਰੂ ਜੀ ਮੇਰੀ ਜੇਬਾ ਇੱਕ ਹੈ, ਤੇਰੀਆਂ ਵਡਿਆਈਆਂ ਬਹੁਤ ਨੇ, ਤੇਰੀਆਂ ਵਡਿਆਈਆਂ ਮੈਂ ਕਥਨ ਨਹੀਂ ਕਰ ਸਕਦਾ। ਪਾਤਸ਼ਾਹ ਜੀ ਗੁਰਬਾਣੀ ਵਿੱਚ ਬਚਨ ਕਰਦੇ ਹਨ, ਕਹਿਣ ਲੱਗੇ ਸਾਰੀ ਧਰਤੀ ਨੂੰ ਕਾਗਜ਼ ਬਣਾ ਲਿਆ ਜਾਵੇ, ਸਾਰੀ ਬਨਸਪਤੀ ਨੂੰ ਕਲਮ ਬਣਾ ਲਿਆ ਜਾਵੇ। ਹੇ ਵਾਹਿਗੁਰੂ ਤੇਰੀ ਜਿਹੜੀ ਵਡਿਆਈ ਹੈ ਉਹ ਫੇਰ ਵੀ ਨਹੀਂ ਲਿਖੀ ਜਾ ਸਕਦੀ। ਸਤ ਪੁਰਖ ਪੂਰਨ ਵਿਵੇਕ। ਹੇ ਵਾਹਿਗੁਰੂ ਵਿਵੇਕ ਦਾ ਅਰਥ ਹੈ ਗਿਆਨਵਾਨ। ਉਹ ਅਕਾਲ ਪੁਰਖ ਵਾਹਿਗੁਰੂ ਵਿਵੇਕਵਾਨ ਗਿਆਨਵਾਨ ਹੈ, ਸਤ ਸਰੂਪ ਹੈ। ਕਾਹੂ ਬੋਲ ਨਾ ਪਹੁੰਚਤ ਪ੍ਰਾਨੀ। ਕਹਿਣ ਲੱਗੇ ਕਾਹੂ ਬੋਲ ਨਾ ਪਹੁੰਚਤ ਪ੍ਰਾਨੀ, ਭਾਵ ਉਸ ਪਰਮਾਤਮਾ ਤੱਕ ਕਿਵੇਂ ਪਹੁੰਚਿਆ ਜਾ ਸਕਦਾ ਹੈ। ਕਹਿਣ ਲੱਗੇ ਕੋਈ ਵੀ ਬੋਲ, ਕੋਈ ਵੀ ਲਫ਼ਜ਼, ਕੋਈ ਵੀ ਸਿੱਖਿਆ ਵਾਹਿਗੁਰੂ ਦੇ ਨਾਮ ਤੋਂ ਬਗੈਰ ਉੱਥੇ ਨਹੀਂ ਪਹੁੰਚ ਸਕਦੀ। ਅਗਮ ਅਗੋਚਰ ਪ੍ਰਭ ਨਿਰਬਾਨੀ। ਉਹ ਵਾਹਿਗੁਰੂ ਅਗਮ ਹੈ, ਸਾਡੇ ਇੰਦਰੀਆਂ ਦੇ ਵਿਸ਼ਿਆਂ ਤੋਂ ਬਾਹਰ ਦੀ ਗੱਲ ਹੈ। ਅਗੋਚਰ ਡੂੰਘਾ ਹੈ, ਪਤਾਲਾਂ ਤੋਂ ਵੀ ਡੂੰਘਾ ਹੈ, ਪਤਾ ਹੀ ਨਹੀਂ ਕਿੱਥੇ ਬੈਠਾ ਹੈ। ਅਗਮ ਅਗੋਚਰ ਪ੍ਰਭ ਨਿਰਬਾਨੀ। ਉਹ ਵਾਹਿਗੁਰੂ ਨਿਰਵਾਣ ਸਰੂਪ ਹੈ। ਨਿਰਵਾਣ ਸ਼ਬਦ ਹੈ ਬੁੱਧ ਧਰਮ ਦੇ ਵਿੱਚ ਵਰਤਿਆ ਜਾਂਦਾ ਹੈ, ਜਿਹਦਾ ਅਰਥ ਹੈ ਮੁਕਤੀ। ਉਹ ਵਾਹਿਗੁਰੂ ਨਿਰਵਾਣ ਸਰੂਪ ਹੈ, ਭਾਵ ਉਹ ਬੰਧਨਾਂ ਤੋਂ ਮੁਕਤ ਹੈ। ਉਹ ਰੂਪ ਰੰਗ ਤੋਂ ਨਿਆਰਾ ਹੈ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ। ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਅਚਲ ਮੂਰਤਨ ਭਉ ਪ੍ਰਕਾਸ਼ ਸਮਿਤੋਜ ਕਹੀਜੈ। ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਓ ਗੁਣ ਤੇ ਪ੍ਰਭ ਭਿੰਨ। ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਨਿਰਾਹਾਰ ਨਿਰਵੈਰ ਸੁਖਦਾਈ। ਉਹ ਵਾਹਿਗੁਰੂ ਨਿਰਾਹਾਰ। ਜਿਸ ਪਾਠ ਨੂੰ ਸੰਧੀ ਵਿਛੇਦ ਕਰਕੇ ਪੜ੍ਹੀਏ ਨਿਰਆਹਾਰ। ਉਹ ਵਾਹਿਗੁਰੂ ਭੋਜਨ ਨਹੀਂ ਛਕਦਾ, ਅਲਪ ਆਹਾਰੀ ਹੈ, ਪੌਣ ਆਹਾਰੀ ਹੈ, ਮਾਫ ਕਰਨਾ, ਨਿਰਾਹਾਰ। ਫਿਰ ਇਸੇ ਤਰ੍ਹਾਂ ਨਿਰਵੈਰ, ਕਿਸੇ ਨਾਲ ਉਹਦਾ ਵੈਰ ਨਹੀਂ। ਉਹ ਅਕਾਲ ਪੁਰਖ ਵਾਹਿਗੁਰੂ ਜੀ ਨਿਰਾਹਾਰ ਨਿਰਵੈਰ ਸੁਖਦਾਈ। ਉਹ ਵਾਹਿਗੁਰੂ ਸੁਖ ਦੇਣ ਵਾਲਾ ਹੈ ਆਪਣੇ ਭਗਤਾਂ ਨੂੰ। ਇਹ ਤਿੰਨ ਸਰੂਪ ਜਿਹੜੇ ਨੇ ਬਿਆਨ ਕੀਤੇ ਹਨ। ਮੂਲ ਮੰਤਰ ਦੇ ਵਿੱਚ ਵਾਹਿਗੁਰੂ ਦੀ ਵਡਿਆਈ ਕੀਤੀ ਗਈ ਹੈ। ਇੱਕ ਓੰਕਾਰ, ਸਤਨਾਮ, ਕਰਤਾ ਪੁਰਖ, ਨਿਰਭਉ ਨਿਰਵੈਰ, ਅਕਾਲ ਮੂਰਤ, ਅਜੂਨੀ ਸਹਿਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਭੀ ਸੱਚ। ਇਸੇ ਤਰ੍ਹਾਂ ਇੱਥੇ ਵੀ ਵਾਹਿਗੁਰੂ ਦੀ ਵਡਿਆਈ ਕੀਤੀ ਜਾ ਰਹੀ ਹੈ ਕਿ ਵਾਹਿਗੁਰੂ ਨਿਰਾਹਾਰ ਹੈ, ਉਹ ਨਿਰਵੈਰ ਹੈ, ਉਹ ਸੁਖ ਦੇਣ ਵਾਲਾ ਹੈ। ਤਾਂ ਕੀ ਕੀਮਤ ਕਿਨੈ ਨਾ ਪਾਈ। ਉਸ ਵਾਹਿਗੁਰੂ ਦੀ ਕੀਮਤ ਪਾਏ ਨਾ ਕਹਿਆ ਜਾਏ। ਕਹਿਣੇ ਵਾਲੇ ਤੇਰੇ ਰਹੇ ਸਮਾਏ। ਉਸ ਵਾਹਿਗੁਰੂ ਦੀ ਕੋਈ ਕੀਮਤ ਨਹੀਂ ਪਾ ਸਕਦਾ। ਅਨਕ ਭਗਤ ਬੰਧਨ ਨਿਤ ਕਰਹਿ। ਅਨਕ ਭਾਵ ਗਿਣਤੀ ਤੋਂ ਰਹਿਤ, ਪਤਾ ਹੀ ਨਹੀਂ ਕਿੰਨੇ ਕੁ ਉਹਦੇ ਭਗਤ ਨੇ ਜੋ ਨਿਤ ਉਹਨੂੰ ਬੰਦਨਾ ਹੀ ਕਰੀ ਜਾ ਰਹੇ ਹਨ। ਚਰਨ ਕਮਲ ਹਿਰਦੈ ਸਿਮਰਹਿ। ਉਹ ਵਾਹਿਗੁਰੂ ਦੇ ਪਾਵਨ ਪਵਿੱਤਰ ਚਰਨ ਕਮਲਾਂ ਨੂੰ ਆਪਣੇ ਹਿਰਦੇ ਦੇ ਵਿੱਚ ਹਮੇਸ਼ਾ ਯਾਦ ਕਰਦੇ ਹਨ। ਸਦ ਬਲਿਹਾਰੀ ਸਤਿਗੁਰ ਆਪਣੇ। ਐਸੇ ਸਤਿਗੁਰਾਂ ਤੋਂ ਹਮੇਸ਼ਾ ਹੀ ਬਲਿਹਾਰ ਜਾਂਦੇ ਨੇ, ਕੁਰਬਾਨ ਜਾਂਦੇ ਹਨ। ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ। ਕਹਿਣ ਲੱਗੇ ਜਿਨ੍ਹਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਐਸੇ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਹੋ ਹਰਿ ਰਸ ਪਾਵੈ ਜਨ ਕੋਇ। ਇਸ ਹਰੀ ਰਸ ਨੂੰ ਕੋਈ ਵਿਰਲਾ ਹੀ ਪਾਉਂਦਾ ਹੈ। ਅੰਮ੍ਰਿਤ ਪੀਵੈ ਅਮਰ ਸੋ ਹੋਏ। ਜਿਨ੍ਹਾਂ ਨੇ ਇਹ ਅੰਮ੍ਰਿਤ ਨੂੰ ਪੀ ਲਿਆ, ਨਾਮ ਅੰਮ੍ਰਿਤ ਨੂੰ, ਪਾਤਸ਼ਾਹ ਜੀ ਕਹਿਣ ਲੱਗੇ ਉਹ ਅਮਰ ਹੋ ਗਏ, ਮੌਤ ਤੋਂ ਰਹਿਤ ਹੋ ਗਏ। ਉਸ ਪੁਰਖ ਕਾ ਨਾਹੀ ਕਦੇ ਵਿਨਾਸ਼। ਉਸ ਪੁਰਖ ਕਾ ਨਾਹੀ ਕਦੇ ਵਿਨਾਸ਼। ਜਿਹੜੇ ਵਾਹਿਗੁਰੂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰਸ ਨੂੰ ਪੀ ਲੈਂਦੇ ਹਨ ਉਹਨਾਂ ਦਾ ਕਦੇ ਨਾਸ਼ ਨਹੀਂ ਹੁੰਦਾ। ਜਾ ਕੈ ਮਨ ਪ੍ਰਗਟੇ ਗੁਣ ਤਾਸ। ਜਿਨ੍ਹਾਂ ਦੇ ਮਨ ਦੇ ਵਿੱਚ ਗੁਣ ਤਾਸ, ਗੁਣਾਂ ਦਾ ਖਜ਼ਾਨਾ ਅਕਾਲ ਪੁਰਖ ਵਾਹਿਗੁਰੂ ਜੀ ਪ੍ਰਗਟ ਹੋ ਜਾਂਦੇ ਹਨ। ਆਠ ਪਹਿਰ ਹਰਿ ਕਾ ਨਾਮ ਲੇ। ਉਹ ਫਿਰ ਅਠੇ ਪਹਿਰ ਇੱਕ ਤੇ ਲਿਵੈ ਮੰਨੇਨ ਹੁਕਮ ਅਪਾਰ। ਵਾਹਿਗੁਰੂ ਦੇ ਨਾਮ ਨੂੰ ਜਪਦੇ ਹਨ। ਸੱਚ ਉਪਦੇਸ਼ ਸੇਵਕ ਕੋ ਦੇ। ਐਸੇ ਸਤਿਗੁਰੂ ਆਪਣੇ ਸੇਵਕਾਂ ਨੂੰ ਸੱਚ ਦਾ ਉਪਦੇਸ਼ ਦਿੰਦੇ ਹਨ। ਮੋਹ ਮਾਇਆ ਕੈ ਸੰਗ
ਨਾ ਲੇਪ। ਜਿਹੜਾ ਉਪਦੇਸ਼ ਹੈ ਉਹ ਮੋਹ ਮਾਇਆ ਤੋਂ ਰਹਿਤ ਹੈ, ਸੱਚ ਦਾ ਉਪਦੇਸ਼ ਹੈ ਤੇ ਸੇਵਕ ਜਨ ਵੀ ਇਸ ਉਪਦੇਸ਼ ਨੂੰ ਗ੍ਰਹਿਣ ਕਰਦੇ ਹਨ। ਮਨ ਮਹਿ ਰਾਖੈ ਹਰ ਹਰ ਏਕ। ਮਨ ਵਿੱਚ ਹਮੇਸ਼ਾ ਹਰੀ ਅਕਾਲ ਪੁਰਖ ਵਾਹਿਗੁਰੂ ਜੋ ਸਭ ਨੂੰ ਹਰਿਆ ਭਰਿਆ ਕਰਨ ਵਾਲਾ ਹੈ ਉਹਦੇ ਨਾਮ ਨੂੰ ਰੱਖਦੇ ਹਨ। ਅੰਧਕਾਰ ਦੀਪਕ ਪਰਗਾਸੇ। ਕਹਿਣ ਲੱਗੇ ਜਿਸ ਤਰ੍ਹਾਂ ਹਨੇਰੇ ਦੇ ਵਿੱਚ ਦੀਵਾ ਜਗਾਇਆ ਜਾਵੇ ਤੇ ਹਨੇਰਾ ਦੂਰ ਹੋ ਜਾਂਦਾ ਹੈ, ਇਸੇ ਤਰ੍ਹਾਂ ਅੱਗੇ ਦੱਸਦੇ ਹਨ। ਨਾਨਕ ਭਰਮ ਮੋਹ ਦੁਖ ਤਹਿ ਤੇ ਨਾਸੇ। ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਕਰਕੇ ਭਰਮ ਮੋਹ ਦੁੱਖ ਇਹ ਸਾਰੇ ਨਾਸ ਹੋ ਜਾਂਦੇ ਹਨ। ਤਪਤ ਮਾਹੇ ਠਾਡ ਵਰਤਾਈ। ਤਪਤ ਮਾਹੇ ਠਾੜ ਵਰਤਾਈ। ਸਤਿਗੁਰਾਂ ਦਾ ਨਾਮ ਐਸਾ ਹੈ ਕਿ ਤਪਦੇ ਹੋਏ ਹਿਰਦਿਆਂ ਨੂੰ ਵੀ ਠਾਰ ਦਿੰਦਾ ਹੈ। ਆਨੰਦ ਭਇਆ ਦੁਖ ਨਾਠੇ ਭਾਈ। ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ, ਦੁੱਖ ਨਾਸ ਹੋ ਜਾਂਦੇ ਹਨ। ਜਨਮ ਮਰਨ ਕੇ ਮਿਟੇ ਅੰਦੇਸੇ। ਸ਼ੰਕਾ ਜੋ ਸੰਸਾ ਬਣਿਆ ਹੁੰਦਾ, ਇੱਕ ਸਸਪੈਂਸ ਬਣਿਆ ਹੁੰਦਾ ਹੈ। ਕਹਿਣ ਲੱਗੇ ਜੀਵ ਡਰਦਾ ਹੈ ਕਿ ਮੇਰੀ ਹੁਣ ਮੌਤ ਹੋ ਜਾਏਗੀ, ਫਿਰ ਮੇਰਾ ਜਨਮ ਹੋਵੇਗਾ, 84 ਲੱਖ ਦਾ ਗੇੜ ਚੱਲੇਗਾ। ਮਹਾਰਾਜ ਜੀ ਕਹਿਣ ਲੱਗੇ ਇਹ ਜਿਹੜਾ ਸੰਸਾ ਬਣਿਆ ਹੋਇਆ ਹੈ, ਸਸਪੈਂਸ ਬਣਿਆ ਹੋਇਆ ਹੈ, ਖਤਮ ਹੋ ਜਾਂਦਾ ਹੈ। ਸਾਧੂ ਕੇ ਪੂਰਨ ਉਪਦੇਸੇ। ਪੂਰਨ ਸਾਧੂ ਦੇ ਉਪਦੇਸ਼ ਨੂੰ ਗ੍ਰਹਿਣ ਕਰਨ ਦੇ ਨਾਲ ਕੋ ਚੂਕਾ ਨਿਰਭਉ ਹੋਏ ਬਸੇ। ਪੂਰੇ ਸਾਧੂ, ਪੂਰੇ ਸੰਤ, ਪੂਰੇ ਬ੍ਰਹਮ ਗਿਆਨੀ ਅਕਾਲ ਪੁਰਖ ਵਾਹਿਗੁਰੂ ਵੱਲੋਂ ਵਰਸਾਏ, ਉਹਨਾਂ ਵੱਲੋਂ ਮਿਲਿਆ ਹੋਇਆ ਇਹ ਭਰੋਸਾ ਭਉ ਚੁੱਕਾ, ਸਾਰਾ ਡਰ ਦੂਰ ਹੋ ਜਾਂਦਾ ਹੈ ਤੇ ਨਿਰਭਉ ਵਾਹਿਗੁਰੂ ਦੀ ਬੰਦਗੀ ਕਰਨ ਦੇ ਨਾਲ ਜੀਵ ਵੀ ਨਿਰਭਉ ਸਰੂਪ ਹੋ ਜਾਂਦਾ ਹੈ। ਸਗਲ ਬਿਆਦ ਮਨ ਤੇ ਖੈ ਨਸੇ। ਜਿੰਨੀਆਂ ਵੀ ਆਦੀਆਂ ਵਿਆਦੀਆਂ ਉਪਾਦੀਆਂ ਹਨ ਮਨ ਤੋਂ ਦੂਰ ਹੋ ਜਾਂਦੀਆਂ ਹਨ। ਜਿਸ ਕਾ ਸਾ ਤਿਨ ਕਿਰਪਾ ਧਾਰੀ। ਜਿਨ੍ਹਾਂ ਦੇ ਸੀ ਭਾਵ ਅਕਾਲ ਪੁਰਖ ਵਾਹਿਗੁਰੂ ਦੀ ਬਣਤਰ ਹਾਂ ਆਪਾਂ ਸਾਰੇ, ਉਹਨਾਂ ਨੇ ਕਿਰਪਾ ਕੀਤੀ। ਸਾਧ ਸੰਗ ਜਪ ਨਾਮ ਮੁਰਾਰੀ। ਤੇ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਕਿ ਸਾਧ ਸੰਗਤ ਦੇ ਵਿੱਚ ਉਸ ਮੁਰਾਰੀ ਮੁਰਦੈਂਤ ਨੂੰ ਨਾਸ਼ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ। ਚਿਤ ਪਾਈ ਚੂਕੇ ਭ੍ਰਮ ਗਵਨ। ਹੁਣ ਟਿਕਾਣਾ ਮਿਲ ਗਿਆ, ਟਿਕਾ ਮਿਲ ਗਿਆ। ਜਿਹੜੇ ਭ੍ਰਮ ਗਵਨ 84 ਲੱਖ ਦਾ ਗੇੜ ਸੀ ਉਹ ਖਤਮ ਹੋ ਗਿਆ। ਸੁਨ ਨਾਨਕ ਹਰ ਹਰ ਜਸ ਸ਼ਰਵਨ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਹੈ ਭਾਈ ਇਹਨਾਂ ਕੰਨਾਂ ਦੇ ਨਾਲ ਵਾਹਿਗੁਰੂ ਦੇ ਜਸ ਨੂੰ ਸੁਣ। ਨਿਰਗੁਣ ਆਪ ਸਰਗੁਣ ਪੀ ਉਹੀ। ਉਹ ਵਾਹਿਗੁਰੂ ਨਿਰਗੁਣ ਰੂਪ ਵੀ ਹੈ ਤੇ ਸਰਗੁਣ ਰੂਪ ਵੀ ਹੈ। ਕਲਾ ਧਾਰ ਜਿਨ ਸਗਲੀ ਮੋਹੀ। ਜਿਨੇ ਆਪਣੀ ਕਲਾ ਦੇ ਨਾਲ ਸਾਰੇ ਸੰਸਾਰ ਨੂੰ ਮੋਹਿਆ ਹੋਇਆ ਹੈ। ਆਪਣੇ ਚਰਿਤ ਪ੍ਰਭ ਆਪ ਬਣਾਏ। ਉਹ ਜਿਹੜੇ ਸੰਸਾਰ ਦੇ ਕੌਤਕ ਨੇ, ਕਰਾਮਾਤਾਂ ਨੇ, ਵਡਿਆਈਆਂ ਵਾਹਿਗੁਰੂ ਨੇ ਆਪ ਹੀ ਬਣਾਈਆਂ ਹਨ। ਆਪਣੀ ਕੀਮਤ ਆਪੇ ਪਾਏ। ਉਸ ਵਾਹਿਗੁਰੂ ਦੀ ਕੀਮਤ ਕੋਈ ਹੋਰ ਨਹੀਂ ਪਾ ਸਕਦਾ, ਉਹ ਵਾਹਿਗੁਰੂ ਆਪ ਹੀ ਪਾ ਸਕਦਾ ਹੈ। ਹਰ ਬਿਨ ਦੂਜਾ ਨਾਹੀ ਕੋਏ। ਉਸ ਵਾਹਿਗੁਰੂ ਤੋਂ ਬਗੈਰ ਕੋਈ ਦੂਜਾ ਹੋਰ ਹੈ ਹੀ ਨਹੀਂ। ਸਰਬ ਨਿਰੰਤਰ ਏਕੋ ਸੋਏ। ਸਾਰੇ ਪਾਸੇ ਕੇਵਲ ਇੱਕੋ ਪ੍ਰਮਾਤਮਾ ਦਾ ਹੀ ਪਸਾਰਾ ਹੈ। ਪੋਤ ਪੋਤ ਰਵਿਆ ਰੂਪ ਰੰਗ। ਤਾਣੇ ਪੇਟੇ ਦੇ ਵਾਂਗ ਉਹ ਸਾਰੇ ਸੰਸਾਰ ਦੇ ਵਿੱਚ ਰਮਿਆ ਹੋਇਆ ਹੈ। ਭਏ ਪ੍ਰਗਾਸ ਸਾਧ ਕੈ ਸੰਗ। ਪਰ ਉਹ ਪ੍ਰਗਾਸ ਕਿੱਥੇ ਹੁੰਦਾ ਹੈ? ਸਾਧੂਆਂ ਦੀ ਸੰਗਤ ਵਿੱਚੋਂ ਹੀ ਉਹਦਾ ਪਤਾ ਲੱਗਦਾ ਹੈ। ਰਚ ਰਚਨਾ ਆਪਣੀ ਕਲ ਧਾਰੀ। ਕਹਿਣ ਲੱਗੇ ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਨੇ ਆਪ ਇਹ ਸਾਰੇ ਸੰਸਾਰ ਦੀ ਰਚਨਾ ਕੀਤੀ ਤੇ ਆਪਣਾ ਸਰੂਪ ਆਪ ਹੀ ਜਿਹੜਾ ਹੈ ਉਹ ਸੂਖਮ ਤੋਂ ਵੱਡਾ ਜਿਹੜਾ ਵਿਰਾਟ ਸਰੂਪ ਧਾਰਨ ਕੀਤਾ। ਨਾਨਕ ਬਾਰ ਨਾਨਕ ਬਲਿਹਾਰੀ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਹਨ ਐਸੇ ਅਕਾਲ ਪੁਰਖ ਵਾਹਿਗੁਰੂ ਤੋਂ ਅਸੀਂ ਵਾਰ-ਵਾਰ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਪਾਵਨ ਕਥਾ ਵਿਚਾਰ ਕਰਦਿਆਂ ਏਕ ਨਹੀਂ ਅਨੇਕਾਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਗੁਰੂ ਕੀ ਸੰਗਤ ਗੁਰੂ ਮਹਾਰਾਜ ਬਖਸ਼ਣਯੋਗ ਹਨ, ਕਿਰਪਾ ਕਰਕੇ ਬਖਸ਼ ਦੇਣਾ ਜੀ। ਅਗਾਹ ਤੋਂ ਸਮਤ ਬਖਸ਼ਣੀ ਸ੍ਰੇਸ਼ਟ ਮਤ ਬੋਧ ਅਨੁਸਾਰ ਕਥਾ ਵਿਚਾਰ ਕਰ ਸਕੀਏ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਦੇਹੋ ਸੱਜਣ ਅਸੀਸੜੀਆਂ। ਜੋ ਹੋਵੈ ਸਾਹਿਬ ਸਿਉ ਮੇਲ ਕੱਲ ਦੇ ਵਿਸ਼ੇਸ਼ ਦੀਵਾਨ। ਮਹਾਨ ਸ਼ਹੀਦ ਛੋਟੀ ਉਮਰ ਦੇ ਵਿੱਚ ਵੱਡਾ ਰੁਤਬਾ ਹਾਸਲ ਕਰਨ ਵਾਲੇ ਸੰਘਰਸ਼ੀ ਯੋਧੇ ਸ਼ਹੀਦ ਭਾਈ ਜੁਗਰਾਜ ਸਿੰਘ ਜੀ ਤੂਫਾਨ ਇਤਿਹਾਸ ਬਣ ਜਾਂਦੇ ਹਨ ਜਦੋਂ ਯੋਧੇ ਆਪਣੇ ਆਪ ਨੂੰ ਕੌਮ ਦੇ ਪ੍ਰਤੀ ਸਮਰਪਣ ਕਰ ਦਿੰਦੇ ਹਨ। ਇਤਿਹਾਸ ਦੱਸਦਾ ਹੈ ਕਿ ਜਿਸ ਦਿਨ ਭਾਈ ਜੁਗਰਾਜ ਸਿੰਘ ਤੂਫਾਨ ਦਾ ਭੋਗ ਸੀ 4 ਲੱਖ ਦਾ ਇਕੱਠ ਉਸ ਵੇਲੇ ਭੋਗ 'ਤੇ ਹੋਇਆ ਸੀ। ਇਕੱਲੇ ਸਿੱਖ ਹੀ ਨਹੀਂ
ਉਸ ਇਲਾਕੇ ਦੇ ਹਿੰਦੂ ਮੁਸਲਮਾਨ ਸਾਰਿਆਂ ਦਾ ਹੀ ਉਹ ਇੱਕ ਐਸਾ ਹਰਮਨ ਪਿਆਰਾ ਨੇਤਾ ਬਣਿਆ ਹੋਇਆ ਸੀ ਕਿ ਸਾਰੇ ਉਹਦੇ ਭੋਗ 'ਤੇ ਆਏ ਸੀ। ਕੱਲ੍ਹ ਭਾਈ ਜੁਗਰਾਜ ਸਿੰਘ ਤੂਫਾਨ ਦਾ ਸ਼ਹੀਦੀ ਦਿਹਾੜਾ, ਉੱਥੇ ਭਾਈ ਜਸਪਾਲ ਸਿੰਘ ਜੀ ਚੌੜ ਸਿੱਧਵਾਂ ਦਾ ਸ਼ਹੀਦੀ ਦਿਹਾੜਾ। ਵਿਸ਼ੇਸ਼ ਸਮਾਗਮ ਕੱਲ੍ਹ ਦੇ 4 ਵਜੇ ਤੋਂ ਪ੍ਰਾਰੰਭ ਹੋਣਗੇ। 4 ਵਜੇ ਤੋਂ ਲੈ ਕੇ 5:30 ਤੱਕ ਸੁਖਮਨੀ ਸਾਹਿਬ ਦੇ ਪਾਠ, 5:30 ਤੋਂ 6 ਵਜੇ ਤੱਕ ਰਹਿਰਾਸ ਸਾਹਿਬ, 6 ਤੋਂ 6:15 ਆਰਤੀ ਆਰਤਾ, ਫਿਰ ਕਥਾ ਵਿਚਾਰ, ਉਪਰੰਤ ਫਿਰ ਗੁਰਬਾਣੀ ਕੀਰਤਨ ਦੀ ਹਾਜ਼ਰੀ ਰਾਗੀ ਸਿੰਘ ਭਰਨਗੇ। ਕੱਲ੍ਹ ਦੇ ਦੀਵਾਨ ਵਿੱਚ ਵੀ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ। ਆਖਰੀ 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਰਚ ਰਚਨਾ ਆਪਣੀ ਕਲ ਧਾਰੀ, ਅਨਕ ਬਾਰ ਨਾਨਕ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ